ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਏ ਹਾਂ ਗਲੋਬਲ ਮਿਡਾਸ ਫਾਊਂਡੇਸ਼ਨ ਤੇ ਸਾਡਾ ਖਿੜਦਾ ਪੰਜਾਬ ਦੀ ਸਪੈਸ਼ਲ ਸੀਰੀਜ਼ ਖਾਲਸਾ ਐਜੂਕੇਸ਼ਨ ਸਿਸਟਮ, ਜਿਹਦੇ ਵਿੱਚ ਅਸੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਕੂਲ ਕਾਲਜ ਇੰਸਟੀਟਿਊਟ ਆਉਂਦੇ ਨੇ, ਉਹਦੇ ਵਿੱਚ ਆਪ ਜੀ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਅੱਜ ਅਸੀਂ ਆਏ ਹਾਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੰਜਾਬੀ ਬਾਗ ਦੀ ਬ੍ਰਾਂਚ ਵਿੱਚ। ਅੱਜ ਅਸੀਂ ਮਿਲ ਰਹੇ ਹੈਗੇ ਹਾਂ ਪ੍ਰਿੰਸੀਪਲ ਮੈਮ ਨੂੰ, ਅਤੇ ਮੈਮ ਨੂੰ ਪੁੱਛਾਂਗੇ ਉਹਨਾਂ ਦਾ ਬੈਕਗਰਾਊਂਡ ਕੀ ਹੈਗਾ ਔਰ ਬੱਚਿਆਂ ਨੂੰ ਕਿਸ ਤਰੀਕੇ ਨਾਲ ਮੈਨੇਜ ਕਰ ਰਹੇ ਨੇ, ਔਰ ਕੋਵਿਡ ਤੋਂ ਆਫਟਰ ਔਰ ਬਿਫੋਰ ਰਿਜ਼ਲਟਸ ਵਗੈਰਾ। ਅਤੇ ਉਹ ਮਿਲਦੇ ਹੈਗੇ ਹਾਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਪ੍ਰਿੰਸੀਪਲ ਮੈਮ ਨੂੰ। ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਮ ਆਪ ਜੀ ਦਾ ਨਾਮ ਕੀ ਹੈ? ਮੇਰਾ ਨਾਮ ਅਮਰਜੀਤ ਕੌਰ ਹੈ। ਅਮਰਜੀਤ ਮੈਮ, ਆਪ ਜੀ ਦਾ ਬੈਕਗਰਾਊਂਡ ਕੀ ਹੈਗਾ? ਮੈਮ ਮੇਰਾ ਜੋ ਐਸੋਸੀਏਸ਼ਨ ਹੈ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਨਾਲ ਬਹੁਤ ਪੁਰਾਣੀ ਹੈ। ਮੈਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਸਟੂਡੈਂਟ ਰਹੀ ਹਾਂ ਇੰਡੀਆ ਗੇਟ ਬ੍ਰਾਂਚ 'ਚ। ਉਸ ਤੋਂ ਬਾਅਦ ਮਾਤਾ ਸੁੰਦਰੀ ਕਾਲਜ ਤੋਂ ਹੀ ਕੀਤੀ, ਪੰਜਾਬ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ। ਫਿਰ ਜਦੋਂ ਪਹਿਲੀ ਜੋਬ ਲਈ ਤਾਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਹੀ ਲਈ, ਔਰ ਉਸ ਜੋਬ ਸ਼ੁਰੂ ਕਰਨ ਤੋਂ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ। ਮੈਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨਾਲ ਹੀ ਜੁੜੀ ਹੋਈ ਹਾਂ। ਅਰਾਊਂਡ 32 ਈਅਰਸ ਦੀ ਜਿਹੜੀ ਮੇਰਾ ਉੱਥੇ ਐਕਸਪੀਰੀਅੰਸ ਰਿਹਾ ਲੋਨੀ ਰੋਡ ਬ੍ਰਾਂਚ 'ਚ। ਉਸ ਤੋਂ ਬਾਅਦ ਕੋਵਿਡ ਦੇ ਵਿੱਚ ਸੈਪਟੈਂਬਰ 20 ਦੇ ਵਿੱਚ ਮੈਂ ਨਾਨਕਪੁਰਾ ਬ੍ਰਾਂਚ 'ਚ ਆਈ ਸੀ ਐਜ਼ ਹੈੱਡ। 2 ਸਾਲ ਉੱਥੇ ਜੋਬ ਕਰਨ ਤੋਂ ਬਾਅਦ ਫਿਰ ਮੈਨੂੰ ਪੰਜਾਬ ਵਿਭਾਗ ਇਹਨਾਂ ਨੇ ਲਿਆਂਦਾ, ਮੈਨੇਜਮੈਂਟ ਨੇ। ਤੋ ਜੋ ਮੈਨੇਜਮੈਂਟ ਦਾ ਡਿਸੀਜਨ ਹੈ ਉਸ ਤਰ੍ਹਾਂ ਕੰਮ ਕਰ ਰਹੇ ਹਾਂ। ਜਿਹੜੀ ਮਰਜ਼ੀ ਬ੍ਰਾਂਚ ਹੈ ਕੰਮ ਕਰਨਾ ਹੈ ਇਸ 'ਤੇ। ਮੈਮ ਤੁਹਾਨੂੰ ਕਿੰਨੇ ਸਾਲ ਹੋ ਗਏ ਇਸ ਸਕੂਲ 'ਚ? ਤਕਰੀਬਨ 35 ਸਾਲ, मतलब सारी ब्रांचेस लगाया जाए जॉब मेरी GHPS ਦੀ ਤਕਰੀਬਨ 35 ਸਾਲ। ਤੇ ਮੈਮ ਸਕੂਲ ਦੀ ਆਪਣੇ ਸਕੂਲ ਦੀ ਨੀਂਹ ਕਦੋਂ ਰੱਖੀ ਗਈ, ਕਦੋਂ ਬਣਿਆ ਆਪਣਾ ਸਕੂਲ? ਇਹ ਸਕੂਲ 1979 ਚ ਬਣਿਆ। ਵੈਸੇ GHPS ਇੰਡੀਆ ਗੇਟ ਸਟਾਰਟ ਹੋਇਆ ਸੀ, ਪਹਿਲੀ ਬ੍ਰਾਂਚ ਸੀ 1963 ਦੇ ਵਿੱਚ। ਤੇ ਆਪ ਜੀ ਇੱਥੇ ਦੇ ਸਥਾਪਕ ਕੌਣ ਨੇ? ਮੈਮ ਬੇਸਿਕਲੀ ਜੋ ਸਾਰੀਆਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਬ੍ਰਾਂਚਸ ਹੈਗੀਆਂ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅੰਡਰ ਹੈਗੀਆਂ। ਤੋ ਇੱਕ ਸੁਸਾਇਟੀ ਹੈ ਸਾਡੀ GHPS ਨਿਊ ਦਿੱਲੀ ਸੁਸਾਇਟੀ, ਉਸ ਸੁਸਾਇਟੀ ਦੇ ਅੰਡਰ ਹੈ। DSGMC ਇੱਕ ਮੈਨੇਜ ਕਰ ਰਹੀ ਹੈ, ਬਟ ਬੇਸਿਕਲੀ ਇਟ ਇਜ਼ ਸੁਸਾਇਟੀ ਜੋ ਸੁਸਾਇਟੀ ਦੇ ਅੰਡਰ ਆਉਂਦੀ ਹੈ, ਕਿਉਂਕਿ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈਗੀਆਂ ਉਹ ਰਿਲੀਜੀਅਸ ਇੰਸਟੀਟਿਊਸ਼ਨਸ ਮਿਕਸ ਨਹੀਂ ਕਰ ਸਕਦੇ। ਔਰ ਇੰਡੀਵਿਜੂਅਲੀ ਬ੍ਰਾਂਚ ਦੇ ਵਿੱਚ ਸਾਡੇ ਕੋਲ ਚੇਅਰਮੈਨ ਸਰ ਹੈਗੇ ਨੇ, ਸਰਦਾਰ ਸਰਬਜੀਤ ਸਿੰਘ ਵਿਰਕ ਹੈਗੇ, ਮੈਨੇਜਰ ਸਰ ਹੈਗੇ ਹੈ ਸਰਦਾਰ ਔਲਖ ਜੀ, ਔਰ ਬਾਕੀ ਅਸੀਂ ਸਕੂਲ ਦਾ ਇੰਟਰਨਲ ਅਸੀਂ ਐਕੈਡਮਿਕ ਦੇਖ ਰਹੇ ਹਾਂ। ਜੋ सोसाइटी ने एक एजुकेशन सैल बनाया है अकैडमिक सैशन पार्ट देखने लिए, ਉੱਥੋਂ मैनेज हो रहा सारा सेंट्रलाइज सारा। ਤੇ ਮੈਮ ਸਕੂਲ ਦੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਨੀਂਹ ਕੀ ਸੋਚ ਕੇ ਰੱਖੀ ਗਈ ਸੀ?
ਮੈਮ ਜੋ ਪਹਿਲਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਣਿਆ ਉਹ ਇਹ ਸੋਚ ਕੇ ਬਣਾਇਆ ਸੀ ਕਿ ਆਪਣੀ ਕੌਮ ਵਾਸਤੇ, ਆਪਣੀ ਕੌਮ ਦੇ ਬੱਚਿਆਂ ਵਾਸਤੇ ਇੱਕ ਐਸਾ ਇੰਸਟੀਟਿਊਸ਼ਨ ਬਣਾਇਆ ਜਾਏ ਜਿੱਥੇ ਆਪਣੀ ਕੌਮ ਦੇ ਬੱਚੇ ਪੜ੍ਹਨ ਔਰ ਬੜੇ ਅੱਛੇ ਨਾਗਰਿਕ ਬਣਨ, ਅੱਗੇ ਵੱਧ ਕੇ ਬੜੀ ਅੱਛੀ ਪੋਜੀਸ਼ਨਸ ਹੋਲਡ ਕਰਨ। ਔਰ ਅੱਜ ਦੀ ਡੇਟ ਦੇ ਵਿੱਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚਾਹੇ ਉਹ ਕਿਸੇ ਵੀ ਬ੍ਰਾਂਚ ਦੇ ਹੋਣ, ਹਰ ਕੰਟਰੀ ਦੇ ਵਿੱਚ ਬੱਚੇ ਹੈਗੇ ਆ ਔਰ ਅੱਛੀ ਪੋਜੀਸ਼ਨਸ 'ਤੇ ਵੀ ਹੈਗੇ ਆ। ਹਾਂਜੀ। ਤੇ ਮੈਮ ਜਾਣਨਾ ਚਾਹਾਂਗੇ ਤੁਹਾਡੇ ਕੋਲ ਕਿ ਆਫਟਰ ਕੋਵਿਡ ਔਰ ਬਿਫੋਰ ਕੋਵਿਡ 2 ਇਅਰਸ ਕੀ ਰਿਜ਼ਲਟ ਰਹੇ ਨੇ ਬੱਚਿਆਂ ਦੇ ਔਰ ਪਰਸੈਂਟੇਜ ਕੀ ਰਹੀ ਹੈ ਔਰ ਪਲੱਸ ਬੱਚਿਆਂ ਨੇ ਕੀ ਸਟਰਗਲ ਕੀਤਾ ਮੈਮ? ਮੈਮ ਜਦੋਂ ਕੋਵਿਡ ਦਾ ਟਾਈਮ ਆਇਆ ਉਦੋਂ ਬੱਚੇ, ਟੀਚਰਸ, ਪੇਰੈਂਟਸ ਸਾਰੇ ਕਨਫਿਊਜ਼ ਸੀ। ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕਿਵੇਂ ਪੜ੍ਹਾਈ ਹੋਏਗੀ। ਮਤਲਬ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ फ़ोन ਤੋਂ ਪੜ੍ਹਾਈ ਹੋਏਗੀ। ਟੀਚਰਸ ਨੇ ਵੀ ਬਹੁਤ ਸਟਰਗਲ ਕੀਤੀ, ਆਪਣੇ ਆਪ ਨੂੰ ਅਡੈਪਟ ਕੀਤਾ, ਮਟੀਰੀਅਲ ਇਕੱਠਾ ਕੀਤਾ, ਵੀਡੀਓਜ਼ ਬਣਾਓ ਔਰ ਆਡੀਓ ਕਲਿੱਪਿੰਗਸ ਬੱਚਿਆਂ ਨੂੰ ਭੇਜੋ, WhatsApp 'ਤੇ ਮੈਸੇजेस ਭੇਜੋ ਕਿ ਇਹ ਕੰਮ ਕਰਨਾ ਹੈ। ਬੱਚੇ ਵੀ ਟੀਚਰਸ ਦੇ ਨਾਲ ਕੰਟੈਕਟ ਵਿੱਚ ਸੀ, ਜ਼ੂਮ ਕਲਾਸਿਸ ਹੋਈਆਂ। ਉਹਦੇ ਵਿੱਚ ਥੋੜ੍ਹਾ ਜਿਹਾ ਇਹ ਪਿਆ ਕਿ ਜਿੰਨਾ ਅਸੀਂ ਟੀਚਰਸ ਔਰ ਪੈਰੈਂਟਸ ਚਾਹੁੰਦੇ ਸੀ ਕਿ ਬੱਚੇ ਮੋਬਾਈਲਸ ਤੋਂ ਦੂਰ ਰਹਿਣ, ਉਨੇ ਹੀ ਬੱਚੇ ਮੋਬਾਈਲ ਦੇ ਕੰਟਰੋਲ 'ਚ ਆ ਗਏ। ਮਤਲਬ ਮੋਬਾਈਲ ਨੇ ਉਹਨਾਂ ਨੂੰ ਕੰਟਰੋਲ ਐਸਾ ਕਰ ਲਿਆ ਕਿ ਅੱਜ ਤੱਕ ਡਿਊਅਲ ਮੈਥਡ ਵੀ ਚੱਲਦਾ ਹੈ। ਡਿਊਅਲ ਮੈਥਡ ਇਸ ਤਰ੍ਹਾਂ ਚੱਲਦਾ ਕਿ ਅਗਰ ਬੱਚਿਆਂ ਨੂੰ ਜ਼ਰੂਰਤ ਹੈ ਤਾਂ ਉਹ ਟੀਚਰਸ ਨੂੰ ਕਹਿ ਦਿੰਦੇ ਕਿ ਮੈਮ ਇੱਕ ਔਨਲਾਈਨ ਕਲਾਸ ਲੈ ਲਓ, ਸਾਨੂੰ ਇਹ ਟੌਪਿਕ ਸਮਝਾ ਦਿਓ। ਸ਼ਾਮ ਨੂੰ ਟੀਚਰਸ ਲੈ ਲੈਂਦੀਆਂ, ਐਗਜ਼ਾਮਸ ਤੋਂ ਪਹਿਲੇ, ਟੈਸਟ ਤੋਂ ਪਹਿਲੇ। ਮੈਸੇजेस ਸਾਡੇ WhatsApp ਵਗੈਰਾ 'ਤੇ ਜਾਂਦੇ ਆ ਕਿਉਂਕਿ ਪੈਰੈਂਟਸ ਵੀ ਇਨਵੋਲਵਡ ਹੈ ਉਹਦੇ ਵਿੱਚ। ਤੋ ਮਿਕਸ ਚੱਲ ਰਿਹਾ, ਬਟ ਜੋ ਇੱਕ 2 ਸਾਲ ਦਾ ਉਹ ਗੈਪ ਆ ਗਿਆ ਜਦੋਂ ਬੱਚਾ ਤੁਹਾਡੇ ਸਾਹਮਣੇ ਨਹੀਂ ਹੋਇਆ, ਤੁਹਾਡੀ ਕਲਾਸ 'ਚ ਪ੍ਰੈਜ਼ੈਂਟ ਨਹੀਂ ਹੋਏ, ਤੋ ਬੱਚਾ ਵੀ ਥੋੜ੍ਹਾ ਢਿੱਲਾ ਹੋ ਜਾਂਦਾ ਹੈ। ਟੀਚਰਸ ਵੀ ਕਿਵੇਂ ਉਸ ਨੂੰ ਵਾਪਸ ਕਿਵੇਂ ਲਿਆਉਣ, ਉਹ ਥੋੜ੍ਹਾ ਸਟਰਗਲ ਕਰਨਾ ਪੈ ਰਿਹਾ ਟੀਚਰਸ ਨੂੰ। ਔਰ ਹੋਪ ਕਰਦੇ ਹਾਂ ਕਿ ਇਹ ਵਾਲਾ ਜੋ ਰਿਜ਼ਲਟਸ ਆਉਣਗੇ ਪਿਛਲੇ ਨਾਲੋਂ ਕੁਛ ਬੈਟਰ ਹੋਣਗੇ ਕਿਉਂਕਿ ਪਿਛਲੇ ਵਾਲੇ ਤੇ ਸਾਰਾ ਉਹੀ ਸੀ। ਈਵਨ CBSE ਨੇ ਵੀ ਔਨਲਾਈਨ ਬਣਵਾਇਆ, ਪਿਛਲੇ ਰਿਕਾਰਡਸ ਦੇਖ ਕੇ ਬਣਵਾਏ ਰਿਜ਼ਲਟਸ 10th ਐਂਡ 12th ਦੇ। तो उम्मीद करते हैं कुछ बेटर होएगा और अगों फिर बच्चे इन रूटीन ऑफलाइन क्लासेस दे आ जाएंगे क्योंकि हाले तक थोड़ा जिहा उहदा ऑनलाइन वाला असर है। मैम अपना टोटल टीचर और नॉन टीचर स्टाफ कितना है? अराउंड 70 है मैडम, मिक्स करके साढ़ा 70-71 टीचिंग नॉन टीचिंग ऑफिस का मिला के। एक क्लास च और बच्चे किन्ने है और टीचर्स किन्ने उहदे उपर? मैम बच्चे जो है वो अप्रॉक्सीमेटली किसी क्लास 30 है, 35 है, वेरी कर रहा है क्योंकि थोड़े जे हुण सानू ਇਹ ਵੀ इशूज़ आए कि पेरेंट्स फीस नहीं अफोर्ड कर रहे, सानू फीस लैन च बहुत मुश्किल हो रही है। बहुत सारे बच्चे क्योंकि गवर्नमेंट ने फ्री वो कर देता है तो बच्चे उधर जा रहे हैं, पर सानू एक थोड़ी जी उम्मीद है कि शायद वो बच्चे वापस आएंगे बिकॉज पब्लिक स्कूल का बच्चा थोड़ा जा बाहर एडजस्ट होना औखा है। तो लेट्स सी, बाकी स्टूडेंट्स की स्ट्रेंथ थोड़ी जी फ़र्क है पहले नालों। पहले बहुत अच्छी स्ट्रेंथ होंदी सी, टीचर्स तो उन्ने ही है जिहड़े साडे कोल जिन्नी को रिक्वायरमेंट है। एक क्लास दे विच बच्चे किन्ने हैगे ने और उहदे विच ते टीचर्स किन्ने पढ़ा रहे ने उहदे ते? मैम टीचर्स तो देखो जिन्ने सबजैक्ट्स हैगे ने सब सबजैक्ट के हिसाब नाल टीचर्स हैगे ने। जिस तरह साढ़े कोल अगर असी प्राइमरी दी लईए, जिन्ने प्राइमरी च नर्सरी प्री नर्सरी च ना मदर टीचर्स होंदे जो सारे सबजैक्ट्स पढ़ाते, नाल एक अद्धा टीचर एक दो टीचर्स एडजस्ट हो जाते हैं, कोई आर्ट का, डिविनिटी का, गेम्स का, इस तरह हो जाते एडजस्ट। बाकी क्लासेस जो सबजैक्ट वाइज है उन्नी रिक्वायरमेंट है और उन्नी टीचर्स पढ़ा रहे हैं। स्कूल विच मैम बच्चों नूं की फैसिलिटियां दित्तियां जा रही हैं और बच्चे किस साइड नूं ज़्यादा ग्रो कर रहे हैं? मैम स्कूल दे विच देखो अकैडमिक तो साडा चल ही रहा है, उस तो बाद साडा एक मेन जो गुरु हरकृष्ण पब्लिक स्कूल्स दे विच हैगा, सारे स्कूल्स दे विच हैगा, स्कूल दे विच साडे कोल गुरुद्वारा साहब है। साडे दिन की शुरुआत मूल मंत्र और अरदास तो होंदी है, हुक्मनामा होंदा है। जे असी उहदे च ओपन असैंबली करांदे हां तो उहदे च शब्द भी होंदा है। फिर दूसरी बच्चों की कुछ पार्टिसिपेशन होंदी है, कोई किसी बच्चे ने पोइम सुना रही है, किसी ने थॉट ऑफ द डे सुनाया, किसी ने होर कुछ अच्छा दसिया। एक
ਸਾਡਾ ਕੈਲੰਡਰ ਬਣਿਆ ਹੁੰਦਾ। ਬਾਕੀ ਸਕੂਲ ਦੇ ਵਿੱਚ ਗੁਰਪੁਰਬ ਵਗੈਰਾ ਦੀ ਸੈਲੀਬ੍ਰੇਸ਼ਨ ਹੁੰਦੀ ਹੈ, ਐਕਟੀਵਿਟੀਜ਼ ਬਹੁਤ ਸਾਰੀਆਂ ਕਰਾਈਆਂ ਜਾਂਦੀਆਂ ਬੱਚਿਆਂ ਨੂੰ, ਜੋ ਸਪੋਰਟਸ ਦੀਆਂ ਹੈ ਜਾਂ ਜਿਵੇਂ ਜਿਵੇਂ ਬੱਚੇ ਦਾ ਇੰਟਰਸਟ ਹੋਏ। ਵਰਕ ਐਕਸਪੀਰੀਅੰਸ ਐਕਟੀਵਿਟੀਜ਼ ਵੀ ਹੁੰਦੀਆਂ ਹੈ। ਫਿਰ ਅਸੀਂ ਐਗਜ਼ੀਬਿਸ਼ਨਸ ਵੀ ਪਿੱਛੇ ਲਗਵਾਉਣੀਆਂ ਸ਼ੁਰੂ ਕੀਤੀਆਂ ਵਰਕ ਐਕਸ ਦੀਆਂ, ਜੋ ਬੱਚਿਆਂ ਨੇ ਸਿੱਖਿਆ, ਜੋ ਚੀਜ਼ਾਂ ਬਣਾਈਆਂ ਉਹਨਾਂ ਨੇ ਡਿਸਪਲੇ ਕੀਤੀਆਂ। ਗੁਰੂ ਨਾਨਕ ਦੇਵ ਦੇ ਗੁਰਪੁਰਬ 'ਤੇ ਸਾਡੇ ਸਕੂਲਾਂ ਦੇ ਵਿੱਚ ਦੀਪਮਾਲਾ ਹੁੰਦੀ ਹੈ, ਸਹਿਜ ਪਾਠ ਰੱਖ ਕੇ ਸਮਾਪਤੀ ਹੁੰਦੀ ਹੈ, ਸ਼ਬਦ ਕੀਰਤਨ ਹੁੰਦਾ ਹੈ, ਔਰ ਫਿਰ ਬਾਅਦ 'ਚੋਂ ਲੰਗਰ ਵਗੈਰਾ ਹੈ। ਔਰ ਗੁਰਪੁਰਬ ਜਿਹੜੇ ਵੱਡੇ ਗੁਰਪੁਰਬ ਵੱਡੇ ਪੱਧਰ 'ਤੇ ਮਨਾਏ ਜਾਂਦੇ ਨੇ, ਉਹਨਾਂ ਦੇ ਵਿੱਚ ਨਗਰ ਕੀਰਤਨ 'ਚ ਵੀ ਬੱਚੇ ਪਾਰਟੀਸਪੇਟ ਕਰਦੇ ਨੇ। ਇੰਟਰ ਸਕੂਲ, ਇੰਟਰ ਜ਼ੋਨ ਜਾਂ ਜ਼ੋਨ ਦੀਆਂ ਆਪਣੀਆਂ ਐਕਟੀਵਿਟੀਜ਼, CBSE ਦੀਆਂ ਐਕਟੀਵਿਟੀਜ਼ ਵਿੱਚ ਬੱਚੇ ਪਾਰਟੀਸਪੇਟ ਕਰਦੇ ਹੈ। ਸਕੂਲ 'ਚ ਸਾਡੇ ਕੋਲ ਸਪੋਰਟਸ ਦੇ ਕੋਚਿਸ ਆਉਂਦੇ ਹੈਗੇ, ਉਹ ਬੱਚੇ ਪਾਰਟੀਸਪੇਟ ਕਰਦੇ ਆ, ਸਿੱਖਦੇ ਹੈ। ਸਾਡੇ ਕੋਲ ਸ਼ੂਟਿੰਗ ਅਕੈਡਮੀ ਵੀ ਹੈ, ਜੋ ਮਾਰਨਿੰਗ ਆਵਰਸ ਦੇ ਵਿੱਚ ਸਾਡੇ ਬੱਚਿਆਂ ਨੂੰ ਫ੍ਰੀ ਸਿਖਾ ਦਿੰਦੇ ਆ। ਤੋ ਇਸ ਤਰ੍ਹਾਂ ਚੱਲ ਰਿਹਾ। ਹੁਣ ਅੱਗੋਂ ਅਸੀਂ ਹੋਰ ਐਕਟੀਵਿਟੀਜ਼ ਇਨਕਲੂਡ ਕਰਨਾ ਚਾਹਾਂਗੇ ਨੈਕਸਟ ਸੈਸ਼ਨ ਤੋਂ। ਸ਼ੂਟਿੰਗ ਤੋਂ ਇਲਾਵਾ ਸਕਿਪਿੰਗ ਹੈ ਬੱਚਿਆਂ ਦੀ, ਭੰਗੜਾ ਹੈ, ਗੱਤਕਾ ਹੈ। ਗੱਤਕਾ ਅਸੀਂ ਲਾਸਟ ਈਅਰ ਵੀ ਕਰਾਇਆ ਬੱਚਿਆਂ ਨੂੰ, ਔਰ ਬੱਚੇ ਅੱਛਾ ਸਿੱਖ ਲੈਂਦੇ ਆ। ਸਾਡੇ ਕੋਲ ਕੋਚ ਆਉਂਦੇ ਆ ਅਤੇ ਸਭ ਸਿੱਖਦੇ ਆ ਬੱਚੇ। ਮੈਮ ਆਪਣਾ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਕਿ ਸਿੱਖ ਮਾਈਨੋਰਿਟੀ ਦੀ ਗੱਲ ਕਰਦੇ ਹੈਗੇ ਆ, ਸਿੱਖ ਮਾਈਨੋਰਿਟੀ ਦੇ ਔਰ ਸਕਾਲਰਸ਼ਿਪਸ ਦੇ ਬੱਚਿਆਂ ਨੂੰ ਕੀ ਬੈਨੀਫਿਟਸ ਮਿਲ ਰਹੇ ਨੇ ਮੈਮ? ਸਿੱਖ ਮਾਈਨੋਰਿਟੀ ਦੇ ਜੋ ਬੈਨੀਫਿਟਸ ਹੈ ਮੈਡਮ, ਉਹਦੇ 'ਚ ਟਿਊਸ਼ਨ ਫੀ ਦੀ ਰੀਇੰਬਰਸਮੈਂਟ ਹੁੰਦੀ ਹੈ, ਔਰ ਈਵਨ ਜੋ ਦੂਸਰੇ SC ST OBC ਦੇ ਵੀ ਹੈ, ਉਹ ਵੀ ਜੋ ਗਵਰਨਮੈਂਟ ਦੀ ਸਕੀਮਸ ਹੈਗੀਆਂ ਨੇ ਉਹਦੇ ਤੋਂ ਫੀ ਰੀਇੰਬਰਸਮੈਂਟ ਹੁੰਦੀ ਹੈ। ਉਹ ਪੈਸਾ ਸਾਰਾ ਬੱਚੇ ਦੇ ਆਪਣੇ ਅਕਾਊਂਟ 'ਚ ਜਾਂਦਾ ਹੈ, ਪੇਰੈਂਟਸ ਕੋਲ ਜਾਂਦਾ ਹੈ। ਫਿਰ ਪੇਰੈਂਟਸ ਉੱਧਰੋਂ ਪੈਸਾ ਜਦੋਂ ਉਹਨਾਂ ਦਾ ਆਉਂਦਾ ਉਹ ਸਾਨੂੰ ਫੀ ਪੇ ਕਰਦੇ ਜਾਂਦੇ। ਇੱਕ ਇਹ ਸਾਈਕਲ ਹੁੰਦਾ ਹੈ। ਦੂਸਰਾ ਇਹਦੇ ਵਿੱਚ ਬੁੱਕਸ ਦੀ ਵੀ ਪ੍ਰੋਵੀਜ਼ਨ ਹੈ, ਔਰ ਯੂਨੀਫਾਰਮ ਵਗੈਰਾ ਦੀ ਵੀ ਪ੍ਰੋਵੀਜ਼ਨ ਹੈ। ਉਹ ਸਾਰਾ ਡਿਪੈਂਡ ਕਰਦਾ ਹੈ। ਮਾਈਨੋਰਿਟੀ ਦਾ ਬੈਨੀਫਿਟ ਉਹ ਲੈ ਸਕਦਾ ਜਿਹਦਾ ਇਨਕਮ ਜੋ ਹੈ ਨਾ ਉਹ ਲੋ ਇਨਕਮ ਵਾਲਾ ਹੈ, ਔਰ ਉਹਦੇ ਲਈ ਉਹਨਾਂ ਨੂੰ ਸਰਟੀਫਿਕੇਟ ਬਣਵਾਉਣਾ ਪੈਂਦਾ। ਫਿਰ ਇਹਦੇ ਵਿੱਚ ਇੱਕ ਹੋਰ ਕੈਟੇਗਰੀ ਹੁੰਦੀ ਹੈ ਕਿ ਬੱਚੇ ਦੇ ਮਾਰਕਸ ਇੰਨੇ ਹੋਣੇ ਚਾਹੀਦੇ। ਇੱਕ ਸਾਡੇ ਕੋਲ ਪਾਲਿਸੀ ਆਉਂਦੀ ਹੈ, ਮਾਰਕਸ ਐਂਡ ਅਟੈਂਡੈਂਸ। ਤਾਂ ਉਹਦੇ ਲਈ ਇਹ ਨਹੀਂ ਹੈ ਕਿ ਕੋਈ ਵੀ ਉਸ ਨੂੰ ਮਿਸਯੂਜ਼ ਕਰ ਲੇਗਾ। ਬੱਚਾ ਪੜ੍ਹਨ ਵਾਲਾ ਹੋਣਾ ਚਾਹੀਦਾ ਹੈ। ਅਗਰ ਪੇਰੈਂਟਸ ਉਹਦੀ ਫੀਸ ਨਹੀਂ ਅਫੋਰਡ ਕਰ ਰਹੇ ਤਾਂ ਇਹ ਬਣਿਆ ਹੀ ਇਸ ਲਈ ਹੈ। ਔਰ ਕਿਉਂਕਿ ਸਾਡੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਸ ਜੋ ਹੈ ਮਾਈਨੋਰਿਟੀ ਸਟੇਟਸ ਸਾਨੂੰ ਮਿਲਿਆ ਹੋਇਆ ਹੈ, ਤਾਂ ਸਾਡੇ ਬੱਚੇ ਉਹਦੇ 'ਚ ਪੇਰੈਂਟਸ ਫਾਰਮ ਭਰਦੇ ਨੇ। ਅੱਜ ਕੱਲ੍ਹ ਸ਼ੁਰੂ ਹੋਇਆ ਹੋਇਆ, ਪੇਰੈਂਟਸ ਫਾਰਮ ਭਰਦੇ ਨੇ, ਫਿਰ ਉਹਨਾਂ ਦਾ ਅੱਗੇ ਅਸੀਂ ਰਜਿਸਟ੍ਰੇਸ਼ਨ ਕਰਕੇ ਮਾਈਨੋਰਿਟੀ ਸੈੱਲ ਸਾਡਾ DSGMC ਦੇ ਅੰਡਰ ਕੰਮ ਕਰ ਰਿਹਾ, ਉਹ ਅੱਗੋਂ ਫਿਰ ਮਿਨਿਸਟਰੀ ਦੇ ਨਾਲ ਕਨੈਕਟਡ ਹੁੰਦਾ। ਸਾਡੇ ਬੱਚਿਆਂ ਦੀ ਰਜਿਸਟ੍ਰੇਸ਼ਨ ਮਿਨਿਸਟਰੀ ਦੇ ਉਹਦੇ 'ਚ ਪੋਰਟਲ 'ਤੇ ਹੀ ਹੋ ਜਾਂਦੀ ਹੈ। ਸਕਾਲਰਸ਼ਿਪ ਮੈਮ? ਸਕਾਲਰਸ਼ਿਪ ਉਹਦੇ ਵਿੱਚ ਜੋ ਫੈਸਿਲਿਟੀਜ਼ ਹੈ ਉਹੀ ਹੈ। ਸਕਾਲਰਸ਼ਿਪ ਇਸ ਤਰ੍ਹਾਂ तो कोई बहुत अलग तो नहीं है। तो कुछ पॉलिसीज़ ऐसी लास्ट ईयर जिस तरह कोविड करके देखा कि बहुत ज़्यादा फाइनैंशियल पोजीशन बच्चों की मतलब पेरेंट्स की ठीक नहीं सी, तो फिर साड़ी मैनेजमेंट ने रिड्यूस्ड ट्यूशन फी के उत्ते एडमिशनस किए कि चलो असी तुहानूं इन्नी वो देने स्कॉलरशिप कह लो वट एवर। इस तरह दी कुछ स्कीम्स हैगियां और उहदे विच बच्चे एनरोल करते हैं जो कंडीशनस फुलफिल करते हैं। बेसिकली इनकम का वो सर्टिफिकेट उन्होंने चाहिए और मार्क्स एंड परसेंटेज जो अटेंडेंस की परसेंटेज है। मैम आप जी इन्ने टाइम तो स्कूल चो ते आप दसो कि स्कूल नूं लैके तुहाडे आप जी दे की विचार ने? मैम देखो असी इन्ने सालों तो इस स्कूल दे नाल जुड़े होने करके साडा एक वो बनता है कि असी अपनी कौम के बच्चे जो एडमिशन लैन आते हैं उन्होंने दे लिए भी एक अच्छा वो करिए, लेकिन जोड़े दूसरे स्टूडेंट्स आते हैं असी उन्होंने भी अच्छी एजुकेशन प्रोवाइड कराते हैं। साढ़े टीचर सारे बहुत मेहनत करते हैं, कोई साढ़े कोल टीचर ऐसा नहीं है जो मेहनत नहीं करना चाहता, सब मेहनत करना चाहते हैं। बेसिकली वो है कि एक टीम वर्क है पेरेंट्स और टीचर्स का जो मिल के बच्चों के बैटरमेंट लिए काम करते हैं। और सानू
ਜੋ ਵੀ ਬੱਚਿਆਂ ਦੇ ਲਈ ਅੱਛਾ ਕਰਨਾ ਹੋਏ ਸਾਨੂੰ ਸਾਰੀ ਸਪੋਰਟ ਸਾਡੀ ਮੈਨੇਜਮੈਂਟ ਤੋਂ ਮਿਲਦੀ ਹੈ। ਥੈਂਕ ਯੂ ਮੈਮ, ਬਹੁਤ ਅੱਛਾ ਲੱਗਿਆ ਆਪ ਜੀ ਨੂੰ ਮਿਲ ਕੇ ਔਰ ਗੱਲ ਕਰਕੇ ਆਪ ਜੀ ਨਾਲ। ਆਪ ਬੱਚਿਆਂ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹੋ, ਬਹੁਤ ਅੱਛੇ ਤਰੀਕੇ ਨਾਲ ਮੈਨੇਜਮੈਂਟ ਚਲਾ ਰਹੇ ਹੈਗੇ ਹੋ। ਥੈਂਕ ਯੂ ਸੋ ਮੱਚ। ਥੈਂਕ ਯੂ। ਆਓ ਅਸੀਂ ਅੱਜ ਮਿਲਦੇ ਹੈਗੇ ਹਾਂ ਚੇਅਰਮੈਨ ਸਰ ਨੂੰ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਹਾਂ ਕਿ ਉਹਨਾਂ ਦਾ ਬੈਕਗਰਾਊਂਡ ਕੀ ਹੈ ਔਰ ਉਹ ਸਕੂਲ ਕਦੋਂ ਬਣਿਆ ਔਰ ਉਹਦੀ ਨੀਂਹ ਕਦੋਂ ਰੱਖੀ ਗਈ। ਸਤਿ ਸ਼੍ਰੀ ਅਕਾਲ ਸਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਆਪ ਜੀ ਦਾ ਨਾਮ? ਸਰਬਜੀਤ ਸਿੰਘ ਵਿਰਕ, ਆਪ ਜੀ ਦੀ ਇੱਥੇ ਡੈਡੀਨੇਸ਼ਨ ਕੀ ਹੈਗੀ ਹੈ? ਚੇਅਰਮੈਨ ਜੀ। ਸਰ ਤੁਸੀਂ ਆਪ ਜੀ ਦਾ ਬੈਕਗਰਾਊਂਡ ਕੀ ਹੈਗਾ ਸਰ? ਮੈਂ ਰੋਹਨੀ ਤੋਂ ਬਿਲੋਂਗ ਕਰਦਾ, ਲੇਕਿਨ ਰੋਹਨੀ ਤੋਂ ਪਹਿਲਾਂ ਮੈਂ ਹਰਿਆਣੇ ਤੋਂ ਬਿਲੋਂਗ ਕਰਨਾ। 97 ਦੇ ਵਿੱਚ ਮੈਂ ਦਿੱਲੀ ਆਇਆ ਸੀਗਾ। ਉਸ ਤੋਂ ਪਹਿਲਾਂ ਮੇਰੀ ਜਿਹੜੀ ਪੜ੍ਹਾਈ ਹੈ ਕੁਰੂਕਸ਼ੇਤਰਾ ਯੂਨੀਵਰਸਿਟੀ ਦੀ ਹੈਗੀ ਹੈ। ਮੈਂ ਡਿਪਲੋਮਾ ਇਨ ਇੰਜੀਨੀਅਰਿੰਗ, ਸਿਵਲ ਇੰਜੀਨੀਅਰਿੰਗ ਕੀਤਾ ਹੈਗਾ। ਅਤੇ ਮੈਂ ਰਾਜਨੀਤੀ ਦੇ ਵਿੱਚ ਸਾਡਾ ਬੈਕਗਰਾਊਂਡ ਫੈਮਿਲੀ ਦਾ ਰਾਜਨੀਤੀ ਦਾ ਹੀ ਹੈਗਾ। ਅਸੀਂ 47 ਤੋਂ ਪਹਿਲਾਂ ਪਾਕਿਸਤਾਨ ਹੁੰਦੇ ਸੀਗੇ, ਜਦੋਂ ਉਸ ਟਾਈਮ ਸਾਡੇ ਦਾਦਾ ਜੀ ਲੰਬੜਦਾਰ ਹੁੰਦੇ ਸੀਗੇ ਅਤੇ ਸਰਪੰਚੀ ਦਾ ਅਸੀਂ ਦੇਖੀ। ਸਾਡੇ ਪਿਤਾ ਜੀ ਜਦੋਂ ਤੱਕ ਸਰਪੰਚੀ ਸ਼ੁਰੂ ਹੋਈ ਸੀ ਆਪਣੀ ਹੋਸ਼ ਦੇ ਵਿੱਚ, ਉਹਨਾਂ ਨੇ ਸਰਪੰਚੀ ਸੰਭਾਲੀ ਸੀਗੀ, ਆਪਣੇ ਇਲਾਕੇ ਚੇਅਰਮੈਨ ਰਹੇ ਸੀ ਬਲਾਕ ਸੰਮਤੀ ਦੇ। ਅਤੇ ਉਸ ਤੋਂ ਬਾਅਦ 2004 ਦੇ ਵਿੱਚ ਮੇਰੀ ਛੋਟੀ ਭਰਜਾਈ SGPC ਦੀ ਮੈਂਬਰ ਬਣੀ ਸੀ। ਮੇਰਾ ਬ੍ਰਦਰ ਕਾਫੀ ਰਾਜਨੀਤੀ ਦੇ ਵਿੱਚ ਸੰਘਰਸ਼ ਕਰਦਾ ਰਿਹਾ, ਲੇਕਿਨ ਮੇਰੀ ਸੋਚੀ ਮੈਂ ਰਾਜਨੀਤੀ 'ਚ ਨਹੀਂ ਆਉਣਾ। ਲੇਕਿਨ ਜਦੋਂ ਪਰਮਾਤਮਾ ਨੇ ਰਾਜਯੋਗ ਲਿਖਿਆ ਹੋਏ ਅਤੇ ਆਦਮੀ ਧੱਕੇ ਨਾਲ ਖਿੱਚਾ ਆਉਂਦਾ ਹੈਗਾ। ਮੇਰਾ ਆਪਣਾ ਬਿਜ਼ਨਸ ਜਨਰੇਟਰ ਦਾ ਹੈਗਾ, ਜਨਰੇਟਰਸ ਅਸੀਂ ਡੀਲ ਕਰਨੇ ਆ। ਲੇਕਿਨ ਅਚਾਨਕ ਇਸ ਤਰ੍ਹਾਂ ਮਿਲਦੇ 2013 ਦੇ ਵਿੱਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਦੇ ਨਾਲ ਮੀਟਿੰਗ ਹੁੰਦੀ ਹੈ ਅਤੇ ਉਹਨਾਂ ਦੇ ਨਾਲ ਹੀ 2013 ਦਾ ਇਲੈਕਸ਼ਨ ਜਦੋਂ ਆਪਾਂ ਲੜਨੇ ਆ, ਅਤੇ ਬਸ ਇਸ ਜਿਵੇਂ ਇੱਕ ਪੈਰ ਰੱਖਿਆ ਅਤੇ ਪੈਰ ਰੱਖਦੇ ਰੱਖਦੇ ਫਿਰ ਪੂਰਾ ਹੀ ਰਾਜਨੀਤੀ 'ਚ ਆ ਗਏ। 2017 ਦੇ ਵਿੱਚ ਮੈਂ ਨੋਮੀਨੇਟ ਹੋਇਆ ਦਿੱਲੀ ਵੱਲੋਂ। 2 ਮੈਂਬਰ ਨੋਮੀਨੇਟ ਹੁੰਦੇ ਨੇ, ਇੱਕ ਮੈਂ ਨੋਮੀਨੇਟ ਹੋਇਆ, ਇੱਕ ਬੀਬੀ ਰਣਜੀਤ ਕੌਰ ਹੋਏ। ਔਰ 2019-20 ਦੇ ਵਿੱਚ 2021 ਦੇ ਵਿੱਚ ਫਿਰ ਮੈਂ ਰੋਹਨੀ ਤੋਂ ਇਲੈਕਟ ਹੋਇਆ। ਦਿੱਲੀ ਦੇ ਵਿੱਚ ਮੈਂ 3 ਨੰਬਰ 'ਤੇ ਸੀਗਾ। 1000 ਤਕਰੀਬਨ 1113 ਵੋਟਾਂ ਦੇ ਨਾਲ ਜਿੱਤਿਆ ਸੀਗਾ। ਇਹ ਸੰਗਤਾਂ ਦਾ ਪਿਆਰ ਸੀਗਾ, ਕਿਉਂਕਿ 2013 ਤੋਂ ਲੈ ਕੇ 2013 ਦੀ ਇਲੈਕਸ਼ਨ, 2017 ਦੀ ਇਲੈਕਸ਼ਨ, 2021 ਦੀ ਇਲੈਕਸ਼ਨ, ਤੀਸਰੀ ਇਲੈਕਸ਼ਨ ਜਦੋਂ ਅਸੀਂ ਲੜੀ ਸੀਗੀ, ਅਤੇ ਸੰਗਤਾਂ ਨਾਲ ਪ੍ਰੇਮ ਹੋਣ ਕਰਕੇ ਪਰਮਾਤਮਾ ਨੇ ਬਹੁਤ ਵੱਡੀ ਜਿੱਤ ਦਿੱਤੀ ਸੀਗੀ। ਉਸ ਤੋਂ ਬਾਅਦ ਨਾਨਕ ਪਿਓ ਸਕੂਲ ਦੇ ਵਿੱਚ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ ਮੈਨੇਜਰ ਦੀ ਸੇਵਾ ਦਿੱਤੀ। ਔਰ 2018 ਦੇ ਵਿੱਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੰਜਾਬੀ ਬਾਗ ਚੇਅਰਮੈਨ ਦੀ ਸੇਵਾ ਦਿੱਤੀ। ਆਪ ਜੀ ਨੂੰ ਕਿੰਨਾ ਟਾਈਮ ਹੋ ਗਿਆ ਸਰ ਇੱਥੇ? 4 ਸਾਲ ਹੋ ਗਏ ਜੀ। ਸਰ ਕੋਵਿਡ ਤੋਂ ਆਫਟਰ 2 ਈਅਰ ਔਰ 2 ਈਅਰ ਬਿਫੋਰ ਰਿਜ਼ਲਟ ਕੀ ਰਹੇ ਸਟੂਡੈਂਟ ਦੇ ਔਰ ਪਰਸੈਂਟੇਜ ਕੀ ਰਹੀ ਹੈ ਸਰ? ਐਕਚੁਅਲੀ ਕਿ ਜਿਹੜਾ ਕੋਵਿਡ ਤੋਂ ਪਹਿਲਾਂ ਬੱਚਿਆਂ ਦਾ ਜਿਹੜਾ ਸਕੂਲ ਆਉਣ ਦਾ ਰੈਗੂਲਰ ਸੀਗਾ, ਰੈਗੂਲਰ ਸਕੂਲ ਆਉਂਦੇ ਸੀਗੇ ਔਰ ਟੀਚਰ ਸਟਾਫ ਵੀ ਰੈਗੂਲਰ ਹੁੰਦਾ ਸੀਗਾ। ਔਰ ਜਦੋਂ ਦਾ 2019-2020 ਦੇ ਵਿੱਚ ਕਰੋਨਾ ਆਇਆ, ਉਦੋਂ ਫਿਰ ਔਨਲਾਈਨ ਚੱਲਿਆ ਸਿਸਟਮ। ਔਨਲਾਈਨ ਬੱਚਿਆਂ ਨੇ ਪਹਿਲਾਂ ਕਦੀ ਉਹਨੂੰ ਨਹੀਂ ਦੇਖਿਆ ਸੀਗਾ ਵੀ ਆਪਾਂ ਔਨਲਾਈਨ ਆਪਾਂ ਕਿਵੇਂ ਪੜ੍ਹਾਈ ਕਰਨੀ ਹੈ, ਕਿਉਂਕਿ ਬਾਹਰਲੀ ਕੰਟਰੀਆਂ ਦੇ ਵਿੱਚ ਸਾਰਾ ਔਨਲਾਈਨ ਸਿਸਟਮ ਚੱਲਦਾ ਹੈ। ਆਪਾਂ ਘਰ ਬੈਠੇ ਨੈੱਟ 'ਤੇ ਪੜ੍ਹਨੇ ਆ, ਅਤੇ ਬੱਚਿਆਂ ਦਾ ਇੱਕ ਨਵਾਂ ਐਕਸਪੀਰੀਅੰਸ ਸੀਗਾ। ਲੇਕਿਨ ਜੋ ਚੀਜ਼ ਸਾਇੰਸ ਸਾਨੂੰ ਦਿੰਦੀ ਹੈ, ਮੀਨਸ ਅੱਛੇ ਦੇ ਨਾਲ ਬੁਰਾ ਵੀ ਮਿਲਦਾ ਹੈ, ਸੁੱਖ ਦੇ ਨਾਲ ਦੁੱਖ ਵੀ ਆਉਂਦਾ ਹੈਗਾ। ਆਪਾਂ ਘਰ ਬੈਠੇ ਪੜ੍ਹਦੇ ਜ਼ਰੂਰ ਸੀਗੇ, ਬੱਚੇ ਪੜ੍ਹਦੇ ਸੀਗੇ, ਪੇਰੈਂਟਸ ਵੀ ਕਹਿੰਦੇ ਸੀ ਵੀ ਚਲੋ ਠੀਕ ਹੈ ਕਮਰੇ 'ਚ ਪੜ੍ਹ ਰਹੇ ਨੇ, ਲੇਕਿਨ ਉਹਨਾਂ ਨੂੰ ਅਸੀਂ ਜੋ ਮੋਬਾਈਲ ਦਿੱਤੇ ਸੀਗੇ ਉਹਦੇ ਨਾਲ ਬੱਚਿਆਂ ਨੂੰ ਕੋਈ ਗਲਤ ਸੰਗਤ 'ਚ ਵੀ ਪੈ ਸਕਦਾ ਹੈ, ਹਰ ਤਰ੍ਹਾਂ ਦੀ ਮਤਲਬ ਕਿ ਟਾਈਮ ਵੀ ਵੇਸਟ ਕਰ ਸਕਦੇ ਨੇ, ਅਤੇ ਉਹਦਾ ਨੁਕਸਾਨ ਵੀ ਹੋਇਆ। ਇਸ ਕਰਕੇ ਰਿਜ਼ਲਟ ਤਕਰੀਬਨ ਕੋਈ ਖ਼ਾਸ ਫਰਕ ਨਹੀਂ ਰਿਹਾ ਵੀ ਪਹਿਲਾਂ ਅੱਛਾ ਸੀ ਤਾਂ ਫਿਰ ਮਾੜਾ ਹੈ। ਬੱਚੇ ਔਨਲਾਈਨ ਪੜ੍ਹਦੇ ਸੀਗੇ, ਰਿਜ਼ਲਟ ਤਕਰੀਬਨ ਸੇਮ ਹੀ ਰਿਹਾ।
ਸਰ ਆਪਣਾ ਇਹ ਸਕੂਲ ਕਦੋਂ ਬਣਿਆ ਹੈਗਾ ਔਰ ਆਪਣੇ ਸਕੂਲ ਦੀ ਨੀਂਹ ਕਦੋਂ ਰੱਖੀ ਗਈ ਪਲੱਸ ਇਹਦੇ ਸਥਾਪਕ ਕੌਣ ਨੇ ਤੇ ਔਰ ਨਾਲੇ ਇਸ ਸਕੂਲ ਨੂੰ ਲੈ ਕੇ ਆਪ ਜੀ ਦੇ ਕੀ ਵਿਚਾਰ ਨੇ? ਦੇਖੋ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸੰਸਥਾ ਹੈਗੀ ਹੈ। ਜਿਨ੍ਹਾਂ ਵੀ ਸ਼ੁਰੂ ਕੀਤਾ ਸੀਗਾ ਉਹਨਾਂ ਨੇ ਬਹੁਤ ਪਰਮਾਤਮਾ ਦੀ ਦੇਣ ਹੈ, ਇਹ ਬੰਦੇ ਦੀ ਦੇਣ ਨਹੀਂ ਹੈਗੀ। ਕਿਉਂਕਿ ਪਰਮਾਤਮਾ ਵੀ ਖੁਦ ਥੱਲੇ ਆ ਕੇ ਨਹੀਂ ਕੰਮ ਕਰਦਾ, ਕਿਸੇ ਨਾ ਕਿਸੇ ਵਿੱਚ ਵਸ ਕੇ ਕਰਦਾ ਹੈ। ਉਸ ਸਮੇਂ ਦੇ ਜਿਹੜੇ ਪ੍ਰਧਾਨ ਸੈਕਟਰੀ ਹੋਣਗੇ ਉਹਨਾਂ ਨੇ ਜਦੋਂ ਨੀਂਹ ਰੱਖੀ ਹੋਏਗੀ ਅਤੇ ਮੈਂ ਸਮਝਦਾ ਕਿ ਇਹਦੇ ਆਪਣੇ ਆਪ 'ਚ ਇੱਕ ਬਹੁਤ ਵੱਡੀ ਪਰਮਾਤਮਾ ਦੀ ਦੇਣ ਸੀ। ਜਿਹੜੀ ਅਸੀਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੰਜਾਬੀ ਬਾਗ ਦੀ ਨੀਂਹ ਸੀਗੀ ਉਹ 79 ਦੇ ਵਿੱਚ ਦਿੱਲੀ ਕਮੇਟੀ ਦੇ ਪ੍ਰਧਾਨ ਸਰਦਾਰ ਜਸਵੰਤ ਸਿੰਘ ਸੇਠੀ ਨੇ ਰੱਖੀ ਸੀਗੀ। ਬਹੁਤ ਅੱਛੇ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਕੰਮ ਕੀਤੇ ਸੀਗੇ। ਇਸ ਸਕੂਲ ਦੇ ਵਿੱਚ ਜਿੱਥੇ ਵਿੱਦਿਆ ਪੜ੍ਹਾਈ ਜਾਂਦੀ ਹੈ ਉੱਥੇ ਇੱਕ ਅਧਿਆਤਮਿਕ ਆਤਮਾ ਦੀ ਜਿਹੜੀ ਪੜ੍ਹਾਈ ਹੈ, ਭੁੱਖ ਹੈ, ਇੱਕ ਤਾਂ ਪੇਟ ਦੀ ਭੁੱਖ ਹੁੰਦੀ ਹੈ, ਇੱਕ ਆਤਮਾ ਦੀ ਜਿਹੜੀ ਭੁੱਖ ਹੁੰਦੀ ਹੈ ਉਹ ਵੀ ਨਾਲ ਨਾਲ ਇੱਥੇ ਪੂਰੀ ਕੀਤੀ ਜਾਂਦੀ ਹੈ। ਉਹ ਪੁੱਛੋ ਕਿਵੇਂ? ਹਰ ਸਕੂਲ ਦੇ ਵਿੱਚ ਗੁਰਦੁਆਰਾ ਸਾਹਿਬ ਹੈ। ਬੱਚੇ ਸਵੇਰੇ ਆਉਂਦੇ ਨੇ, ਟੀਚਰ ਆਉਂਦੇ ਨੇ, ਉੱਥੇ ਮੱਥਾ ਟੇਕਦੇ ਨੇ, ਆਪਣੇ ਆਪ ਨੂੰ ਸਮਰਪਿਤ ਕਰਦੇ ਨੇ ਅਤੇ ਇਹ ਬਹੁਤ ਵੱਡੀ ਗੱਲ ਹੈ। ਜਿਨ੍ਹਾਂ ਦੀ ਮਨਸ਼ਾ ਹੁੰਦੀ ਹੈ ਪਾਠ ਕਰਨ ਦੀ, ਜਿਵੇਂ ਕੋਈ ਟੀਚਰ ਫ੍ਰੀ ਪੀਰੀਅਡ ਹੁੰਦੇ ਨੇ ਉਹ ਆਪਣੇ ਖੁੱਲ੍ਹਾ ਪਾਠ ਕਰਦੇ ਨੇ। ਸਾਡੇ ਜਿੰਨੇ ਵੀ ਗੁਰੂ ਸਾਹਿਬ ਜੀ ਦੇ ਗੁਰਪੁਰਬ ਆਉਂਦੇ ਨੇ ਅਸੀਂ ਆਪਣਾ ਖੁੱਲ੍ਹਾ ਪਾਠ ਰੱਖਦੇ ਹਾਂ ਔਰ ਤਕਰੀਬਨ ਟੀਚਰ ਪਾਠ ਕਰਕੇ ਆਪਣਾ ਜੀਵਨ ਦਾ ਲਾਹਾ ਲੈਂਦੇ ਨੇ ਔਰ ਜੀਵਨ ਸਫਲਾ ਕਰਦੇ ਨੇ। ਇਹ ਬਹੁਤ ਹੀ ਵੱਡੀ ਗੱਲ ਹੈ ਕਿ ਇੱਥੇ ਆ ਕੇ ਸਾਨੂੰ ਲੱਗਦਾ ਹੈ ਵੀ ਅਸੀਂ ਇੱਕ ਵਿੱਦਿਆ ਦੇ ਮੰਦਿਰ 'ਤੇ ਆਏ ਹਾਂ, ਇੱਕ ਰੱਬ ਦੇ ਮੰਦਿਰ 'ਚ ਵੀ ਅਸੀਂ ਆਏ ਹਾਂ ਅਤੇ ਬਹੁਤ ਵੱਡੀ ਇਹ ਗੁਰੂ ਸਾਹਿਬ ਦੀ ਪਰਮਾਤਮਾ ਦੀ ਦੇਣ ਹੈ। ਮੈਂ ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਵੀ ਉਹਨਾਂ ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਜਿਹੜੀ ਇੰਨੀ ਵੱਡੀ ਸੰਸਥਾ ਚਲਾਈ ਹੈ, ਇਹਦੇ ਪਿੱਛੇ ਉਹਨਾਂ ਦੀ ਕੀ ਰਮੀ ਸੀਗੀ ਉਹ ਹੀ ਜਾਣ ਸਕਦੇ ਨੇ। ਤੇ ਸਰ ਜੀ ਇਸ ਸਕੂਲ ਦੀ ਨੀਂਹ ਕੀ ਸੋਚ ਕੇ ਰੱਖੀ ਗਈ ਸੀ? ਦੇਖੋ, ਸੈਂਟਰ 'ਚ ਪੈਂਦਾ ਹੈਗਾ ਪੰਜਾਬੀ ਬਾਗ ਏਰੀਆ। ਆਪਣੇ ਆਪ ਦੇ ਵਿੱਚ ਉਸ ਟਾਈਮ ਤਾਂ ਇੰਨਾ ਡਿਵੈਲਪ ਨਹੀਂ ਹੋਇਆ ਹੋਵੇਗਾ, ਲੇਕਿਨ ਅੱਜ ਆਉਣ ਵਾਲੇ ਸਮੇਂ 'ਚ ਬੰਦਾ ਸੋਚਦਾ ਹੈ ਵੀ ਇੱਥੇ ਅੱਛੇ ਬੱਚੇ, ਅੱਛੇ ਪਰਿਵਾਰ, ਅੱਛੇ ਗੁਰਸਿੱਖ ਜਿਹੜੇ ਬੱਚੇ ਸਾਡੇ ਨਿਕਲਣਗੇ ਉਹ ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਗੁਰਸਿੱਖੀ ਦਾ ਨਾਂ, ਦਿੱਲੀ ਦਾ ਨਾਂ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਕੂਲਾਂ ਦਾ ਨਾਂ, ਆਪਣੇ ਗੁਰੂਆਂ ਦਾ ਨਾਂ ਉੱਚਾ ਕਰਨਗੇ। ਸਰ ਇੱਕ ਕੁਐਸਚਨ ਹੋਰ ਪੁੱਛਣਾ ਚਾਹਾਂਗੀ, ਸਿੱਖ ਮਿਨੋਰਿਟੀ ਔਰ ਸਕੋਲਰਸ਼ਿਪ ਦੇ ਕੀ ਬੈਨੀਫਿਟਸ ਨੇ ਔਰ ਬੱਚਿਆਂ ਨੂੰ ਉਹਨਾਂ ਦਾ ਕੀ ਫਾਇਦਾ ਹੋ ਰਿਹਾ ਹੈਗਾ? ਦੇਖੋ, ਸਾਡੇ ਸਕੂਲ ਸਾਰੇ ਮਿਨੋਰਿਟੀ 'ਚ ਆਉਂਦੇ ਨੇ ਜਿਨ੍ਹਾਂ ਦੀ ਇਨਕਮ ਇੱਕ ਲੈਵਲ ਤੋਂ ਘੱਟ, ਜਿਵੇਂ ਆਪਾਂ ਕਹਿ ਦਈਏ ਗਰੀਬੀ ਰੇਖਾ ਵਾਲੇ ਜਿਵੇਂ ਕਾਰਡ ਬਣਦੇ ਨੇ ਜਾਂ ਉਹ ਕੋਈ 2 ਲੱਖ ਦੀ ਜਿਵੇਂ ਇਹਨਾਂ ਦੀ ਇਨਕਮ ਮਿਨੀਮਮ ਇਨਕਮ ਹੁੰਦੀ ਹੈ, ਕੋਈ ਸਕੂਟਰ ਵਾਲਾ ਹੋ ਗਿਆ, ਕੋਈ ਹੋਰ ਜੋਬ, ਕੋਈ ਹੱਥ ਦੇ ਕੰਮ ਕਰਨ ਵਾਲਾ ਹੋ ਗਿਆ, ਉਹ ਵੀ ਬੱਚੇ ਆਪਣੇ ਇੱਥੇ ਪੜ੍ਹਾ ਸਕਦੇ ਨੇ। ਉਹਨਾਂ ਬੱਚਿਆਂ ਦੀ 70% ਜਿਹੜੀ ਟਿਊਸ਼ਨ ਫੀਸ ਹੈ ਔਰ ਗੌਰਮੈਂਟ ਸਾਨੂੰ ਵਾਪਸ ਰਿਮਬਰਸ ਕਰਦੀ ਹੈ। ਇੱਕ ਵਾਰੀ ਬੱਚੇ ਨੂੰ ਪੂਰੀ ਫੀਸ ਦੇਣੀ ਪੈਂਦੀ ਹੈ, ਫਿਰ ਨੈਕਸਟ ਟਾਈਮ ਤੋਂ ਉਹ ਜਿਹੜੀ ਫੀਸ ਹੈ ਉਹਦੇ ਨਾਲ ਹੀ ਉਹਦਾ ਸਾਰਾ ਸਿਸਟਮ ਚੱਲ ਜਾਂਦਾ ਹੈ। ਕਹਿਣ ਦਾ ਭਾਵ ਹੈ ਤਕਰੀਬਨ 25 ਤੋਂ 30% ਜਿਹੜੇ ਬੱਚੇ ਨੇ ਮਾਈਨੋਰਿਟੀ ਦੇ ਉਹ ਇਸ ਚੀਜ਼ ਦਾ ਬੈਨੀਫਿਟ ਲੈਂਦੇ ਨੇ। ਤੇ ਸਰ ਸਕੋਲਰਸ਼ਿਪ ਵੀ ਬਿਲਕੁਲ ਸਾਨੂੰ ਮਾਈਨੋਰਿਟੀ ਤੋਂ ਮਿਲਦੀ ਹੈ। ਜਿਹੜੇ ਬੱਚੇ ਅੱਛੇ ਮਾਰਕਸ ਲੈਂਦੇ ਨੇ 95 ਅਬਵ, ਉਹਨਾਂ ਨੂੰ ਵੀ ਸਕੂਲ ਦੀ ਤਰਫੋਂ ਅਤੇ ਮਾਈਨੋਰਿਟੀ ਦੀ ਤਰਫੋਂ ਵੀ ਅਪਲਾਈ ਕਰਕੇ ਉਹਨਾਂ ਵੱਲੋਂ, ਸਰਕਾਰ ਵੱਲੋਂ ਇੱਕ ਵਿਸ਼ੇਸ਼ ਜੋ ਸਕੀਮ ਦੇ ਤਹਿਤ ਵਜ਼ੀਫਾ ਕਹਿ ਲਈਏ ਉਹਨੂੰ, ਉਹ ਮਿਲਦਾ ਹੈ। ਸਰ ਆਪਣਾ ਸਕੂਲ ਦੇ ਵਿੱਚ ਟੀਚਰ, ਨਾਨ ਟੀਚਰ ਸਟਾਫ ਕਿੰਨਾ ਹੈਗਾ? ਤਕਰੀਬਨ 70 ਦੇ ਕਰੀਬ ਸਾਡੇ ਕੋਲ ਟੀਚਰ ਨੇ ਔਰ 25 ਦੇ ਕਰੀਬ ਸਾਡਾ ਜੋ ਐਡਮਿਨ ਦਾ ਸਟਾਫ ਹੈਗਾ ਉਹ ਹੈਗਾ। ਸਰ ਇੱਕ ਕਲਾਸ ਦੇ ਕਿੰਨੇ ਟੀਚਰ ਹੈ ਔਰ ਕਿੰਨੇ ਬੱਚੇ ਨੇ ਕਲਾਸ ਦੇ ਵਿੱਚ? ਕਲਾਸ ਦੇ ਵਿੱਚ ਤੇ ਤਕਰੀਬਨ ਸਾਡੇ ਕੋਲ 35 ਤੋਂ ਲੈ ਕੇ 40 ਤੱਕ ਬੱਚੇ। ਅਸੀਂ 50 ਬੱਚੇ ਕਦੀ ਨਹੀਂ ਲੈ ਕੇ ਚੱਲੇ, 45 ਬੱਚੇ ਕਦੀ ਨਹੀਂ ਲੈ ਕੇ ਚੱਲੇ।
ਮਿਨੀਮਮ ਬੱਚੇ ਜਿੱਥੇ ਟੀਚਰ ਦੀ ਪਹੁੰਚ ਹੋ ਜੇ ਜਾਂ ਬੱਚੇ ਦੀ ਪਹੁੰਚ ਟੀਚਰ ਤੱਕ ਹੋ ਜੇ। ਉਹ ਫਿਰ ਇੱਕ ਸਬਜੈਕਟ ਦੇ ਅਲੱਗ-ਅਲੱਗ ਟੀਚਰ ਹੁੰਦੇ ਨੇ। ਹੁਣ 7 ਸਬਜੈਕਟ ਨੇ ਅਤੇ 7 ਟੀਚਰ ਹੋਣਗੇ, ਲੇਕਿਨ ਹਰ ਦਾ ਟਾਈਮ ਟੇਬਲ ਵੰਡਿਆ ਹੋਏਗਾ। ਇੱਕ ਦਿਨ ਦੇ ਵਿੱਚ ਤਕਰੀਬਨ 6 ਜਾਂ 7 ਪੀਰੀਅਡ ਹੁੰਦੇ ਨੇ। ਉਸ ਹਿਸਾਬ ਨਾਲ ਉਹਨਾਂ ਨੂੰ ਪੜ੍ਹਾਉਣਾ ਪੈਂਦਾ ਟੀਚਰਾਂ ਨੂੰ, ਕਿਉਂਕਿ ਇਹ ਤਾਂ ਸਕੂਲ ਦਾ ਜੋ ਸਿਸਟਮ ਹੈ ਉਹ ਤੋਂ ਮਤਲਬ ਆਪਾਂ ਮੁਨਕਰ ਨਹੀਂ ਹੋ ਸਕਦੇ। ਜਿੰਨੇ ਟੀਚਰ ਜ਼ਰੂਰਤ ਹੁੰਦੀ ਹੈ ਸਾਡੇ ਕੋਲ ਉਨੇ ਹੀ ਟੀਚਰ ਨੇ। ਸਰ, ਸਕੂਲ ਦੇ ਵਿੱਚ ਬੱਚਿਆਂ ਨੂੰ ਕੀ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ? ਬੱਚਿਆਂ ਨੂੰ ਸਾਡੇ ਕੋਲ 3-4 ਅਕੈਡਮੀਆਂ ਨੇ। ਸਪੋਰਟਸ ਦੀ ਕ੍ਰਿਕਟ ਅਕੈਡਮੀ ਹੈਗੀ ਹੈ, ਔਰ ਉਸ ਤੋਂ ਇਲਾਵਾ ਜੋ ਸਾਡੇ ਬੱਚੇ ਹੋਰ ਵੀ ਗੇਮਾਂ ਦੇ ਵਿੱਚ ਜਾਣਾ ਚਾਹੁੰਦੇ ਨੇ, ਸ਼ੂਟਿੰਗ ਰੇਂਜ ਹੈ ਸਾਡੇ ਕੋਲ। ਬਹੁਤ ਘੱਟ ਸਕੂਲਾਂ ਦੇ ਵਿੱਚ ਸ਼ੂਟਿੰਗ ਰੇਂਜ ਹੈ, ਔਰ ਉੱਚੇ ਪੈਮਾਨੇ ਦੀ ਤੁਸੀਂ ਸ਼ੂਟ ਕੀਤਾ ਹੋਣਾ ਹੈ, ਜੋ ਬਹੁਤ ਹੀ ਅੱਛੀ ਕੁਆਲਿਟੀ ਦੀ ਸ਼ੂਟਿੰਗ ਰੇਂਜ ਹੈ ਉਹ ਸਾਡੇ ਕੋਲ ਹੈਗੀ ਹੈ। ਬੈਡਮਿੰਟਨ ਦਾ ਵੀ ਸਾਡੇ ਕੋਲ ਗਰਾਊਂਡ ਹੈਗਾ। ਉਹ ਦੂਸਰੀ ਸਾਈਡ ਕ੍ਰਿਕਟ ਦੇ ਵਿੱਚ ਵੀ ਸਾਡੇ ਬੱਚੇ ਜਾਂਦੇ ਨੇ। ਗੱਤਕਾ ਵੀ ਸਿਖਾਇਆ ਜਾਂਦਾ ਹੈ, ਸਕਿਪਿੰਗ, ਮਤਲਬ ਗੇਮ ਤਾਂ ਸਾਰੀਆਂ ਹੁੰਦੀਆਂ ਨੇ, ਲੇਕਿਨ ਅਕੈਡਮੀ ਸਾਡੇ ਕੋਲ 3-4 ਨੇ ਜਿਹਦੇ ਵਿੱਚ ਬੱਚਿਆਂ ਨੂੰ ਜਿਵੇਂ ਉਹਨਾਂ ਦੀ ਇੱਛਾ ਹੁੰਦੀ ਹੈਗੀ ਹੈ। ਕਿਉਂਕਿ 0 ਪੀਰੀਅਡ ਦੇ ਵਿੱਚ ਬੱਚਿਆਂ ਨੂੰ ਡੈਮੋ ਦਿੱਤਾ ਜਾਂਦਾ ਹੈ। ਇੱਕ ਕਲਾਸ ਦੇ ਵਿੱਚ 40 ਬੱਚੇ ਨੇ, ਅਗਰ 35 ਬੱਚੇ ਨੇ, ਉਹਨਾਂ ਨੂੰ ਸਾਰਿਆਂ ਨੂੰ ਸ਼ੂਟਿੰਗ ਰੇਂਜ ਦੇ ਵਿੱਚ ਆਪਾਂ ਫ੍ਰੀ ਆਫ ਕੋਸਟ, ਸਾਡਾ ਅਕੈਡਮੀ ਦਾ ਜਿਹੜੇ ਬੱਚਿਆਂ ਦਾ ਕੋਸਟ ਹੈ ਉਹ ਅਸੀਂ ਬਿਲਕੁਲ 0 ਹੈ। ਉਹਨਾਂ ਨੂੰ ਫ੍ਰੀ ਚੀਜ਼ ਸਿਖਾਈ ਜਾਂਦੀ ਹੈ। ਹਾਂਜੀ, ਇਹ ਬੜੀ ਮਤਲਬ ਕਿ ਵੱਡੀ ਦੇਣ ਹੈ, ਕਿਉਂਕਿ ਅਕੈਡਮੀ ਦੇ ਵਿੱਚ ਪੈਸੇ ਜਿਹਨੂੰ ਵੀ ਕੋਈ ਸਿੱਖਣ ਦੀ ਜ਼ਰੂਰਤ ਪੈਂਦੀ ਹੈ ਉਹ ਪੇ ਕਰਨਾ ਪੈਂਦਾ ਬੱਚੇ ਨੂੰ, ਲੇਕਿਨ ਸਾਡੇ ਸਕੂਲ ਦੇ ਜਿਹੜੇ ਬੱਚੇ ਨੇ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਜਿਹੜੇ ਬੱਚੇ ਨੇ, ਅਸੀਂ ਉਹਨਾਂ ਨੂੰ ਫ੍ਰੀ ਆਫ ਕੋਸਟ ਉਹਦੇ ਵਿੱਚ ਸਿੱਖਿਆ ਦਿੰਦੇ ਹਾਂ। ਸਰ, ਸਕੂਲ ਨੂੰ ਲੈ ਕੇ ਕੀ ਵਿਚਾਰ ਨੇ ਤੁਹਾਡੇ? ਦੇਖੋ, ਪਿਛਲੇ ਕਾਫੀ ਸਮੇਂ ਤੋਂ ਕ੍ਰਾਈਸਿਸ ਚੱਲ ਰਹੇ ਨੇ। ਆਪਾਂ ਕਹਿ ਲਈਏ ਬੱਚਿਆਂ ਦੀ ਜੋ ਸੋਸ਼ਲ ਮੀਡੀਆ 'ਤੇ ਜੋ ਪਿਛਲੀਆਂ ਕਮੇਟੀਆਂ ਦਾ ਬਕਾਇਆ ਸੀਗਾ, ਮੈਂ ਕਿਸੇ 'ਤੇ ਉਹ ਨਹੀਂ ਕਰਦਾ ਵੀ ਕਿਸੇ ਨੂੰ ਕਹਿੰਦਾ ਵੀ ਤੁਸੀਂ ਗਲਤ ਹੋ ਜਾਂ ਮੈਂ ਸਹੀ ਹਾਂ। ਇਹ ਉਹਨਾਂ ਨੂੰ ਪਤਾ ਵੀ ਅਸੀਂ ਕੀ ਹਾਂ ਅਤੇ ਮੈਨੂੰ ਕੀ ਪਤਾ ਮੈਂ ਕੀ ਹਾਂ। ਮੈਂ ਇਸ ਕਰਕੇ ਕਿਸੇ 'ਤੇ ਦੋਸ਼ ਨਹੀਂ ਲਾਉਂਦਾ। ਹੁਣ ਪਿਛਲੇ 1 ਸਾਲ ਦੇ ਵਿੱਚ ਜਦੋਂ ਸਾਡੀ ਕਮੇਟੀ ਬਣੀ ਹੈ ਜਨਵਰੀ 2021 ਦੀ, ਤਕਰੀਬਨ 45 ਕਰੋੜ ਰੁਪਇਆ ਕਮੇਟੀ ਤੋਂ ਸਕੂਲਾਂ ਦੀ ਜਿਹੜੇ ਪਿਛਲੇ ਏਰੀਆ ਰਹਿੰਦੇ ਨੇ ਉਹਨਾਂ ਵਾਸਤੇ ਦਿੱਤਾ ਗਿਆ। ਇਹ ਅੱਜ ਤੱਕ ਦਾ ਰਿਕਾਰਡ ਹੈ। ਕਹਿੰਦਾ ਮਤਲਬ ਜੋ ਪੇਪਰਾਂ ਦੇ ਵਿੱਚ ਇੱਕ ਕਹਿਣਾ ਅਤੇ ਕਰਨਾ, ਕਥਨੀ ਅਤੇ ਕਰਨੀ ਦੇ ਵਿੱਚ ਫਰਕ ਨਹੀਂ ਹੈ। ਜੋ ਆਪਾਂ ਕਹਿੰਦੇ ਹਾਂ, ਅਗਰ ਮੈਂ ਤੁਹਾਨੂੰ ਕਿਹਾ 45 ਕਰੋੜ ਅਤੇ ਤੁਸੀਂ ਦਿੱਲੀ ਕਮੇਟੀ ਦੀ ਬੁੱਕਸ 'ਤੇ ਜਾ ਕੇ ਦੇਖ ਸਕਦੇ ਹੋ ਵੀ ਸਕੂਲਾਂ ਨੂੰ ਆਪਾਂ ਇੰਨਾ ਪੇ ਕੀਤਾ ਹੈਗਾ। ਅਤੇ ਇਹ ਸਾਨੂੰ ਜਿਹੜਾ ਸਿੱਖਿਆ ਦੇ ਮਾਧਿਅਮ ਤੋਂ ਆਪਾਂ ਕਹਿ ਲਈਏ ਵੀ ਇੱਥੇ ਆਪਾਂ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਐਡਮਿਸ਼ਨ ਦੇ ਵਿੱਚ ਆਪਾਂ ਕਹਿੰਦੇ ਹਾਂ ਬਈ ਅੱਛੇ ਸਕੂਲਾਂ ਦੇ ਵਿੱਚ ਜਾਣਾ ਚਾਹੀਦਾ ਹੈ, ਲੇਕਿਨ ਸਾਡੇ ਜਿਹੜੇ ਬੱਚੇ ਨੇ ਉਹ ਦਿੱਲੀ ਦੇ ਵਿੱਚ ਦੂਸਰੇ ਸਕੂਲਾਂ 'ਚ ਜਿਹੜੇ ਕੌਨਵੈਂਟ ਸਕੂਲਾਂ ਨੇ ਉਹਨਾਂ ਜਾ ਕੇ ਜ਼ਿਆਦਾ ਖੁਸ਼ ਨੇ। ਜਿਹੜੇ ਸਾਡੇ ਸਕੂਲ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਉਹਨਾਂ ਵਿੱਚ ਆ ਕੇ ਘੱਟ ਇੰਟਰਸਟਿਡ ਹੈਗੇ ਨੇ। ਮੈਂ ਸਾਫ ਤੁਹਾਡੇ ਚੈਨਲ ਰਾਹੀਂ ਕਹਿ ਰਿਹਾ ਅਤੇ ਮੈਂ ਅਪੀਲ ਕਰਾਂਗਾ ਸੰਗਤ ਨੂੰ, ਭਾਈ ਆਪਣੇ ਜਿਹੜੇ ਇੱਕ ਵਾਰੀ ਆ ਕੇ ਜ਼ਰੂਰ ਸੇਵਾ ਦਾ ਮੌਕਾ ਦਿਓ, ਕਿਉਂਕਿ ਕਿਸੇ ਤਰ੍ਹਾਂ ਤੋਂ ਕੋਈ ਇਨਫਰਾਸਟਰਕਚਰ ਜਿਹੜਾ ਸਟਰਕਚਰ ਸਾਡਾ ਘੱਟ ਨਹੀਂ, ਕਿਸੇ ਤੋਂ ਕੋਈ ਬਿਲਡਿੰਗ ਸਾਡੀ ਘੱਟ ਨਹੀਂ ਹੈਗੀ, ਸਾਡੇ ਗਰਾਊਂਡ ਕੋਈ ਘੱਟ ਨਹੀਂ, ਸਾਡੇ ਟੀਚਰ ਕੋਈ ਘੱਟ ਨਹੀਂ ਹੈਗੇ, ਅਕੈਡਮਿਕ ਤੋਂ ਅਸੀਂ ਕੋਈ ਘੱਟ ਨਹੀਂ ਹੈਗੇ। ਲੇਕਿਨ ਇੱਕ ਵਾਰੀ ਬੱਚਿਆਂ ਨੂੰ ਤੁਸੀਂ ਇੱਥੇ ਭੇਜ ਕੇ ਦੇਖੋ ਵੀ ਤੁਹਾਨੂੰ ਇਹਦਾ ਕੀ ਰਿਜ਼ਲਟ ਮਿਲਦਾ ਹੈ, ਅਤੇ ਫਿਰ ਤੁਸੀਂ ਦੇਖੋ। ਕਿਸੇ ਦੇ ਕਹੇ 'ਤੇ ਨਾ ਜਾਓ ਬਈ ਇੱਥੇ ਟੀਚਰਾਂ ਨੂੰ ਸੈਲਰੀ ਨਹੀਂ ਮਿਲਦੀ। ਅੱਜ ਦੀ ਡੇਟ ਤੱਕ, ਜਨਵਰੀ ਤੱਕ ਤਕਰੀਬਨ ਸਕੂਲਾਂ ਦੀ ਸੈਲਰੀ ਗਈ ਹੋਈ ਹੈ। ਸਿਰਫ 4 ਜਾਂ 5 ਸਕੂਲ ਨੇ ਜਿਨ੍ਹਾਂ ਦੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੀ ਜਨਵਰੀ ਦੀ ਸੈਲਰੀ ਨਹੀਂ ਗਈ ਹੈਗੀ। ਜਦੋਂ ਅਸੀਂ ਕਮੇਟੀ ਲਈ ਸੀ ਉਸ ਟਾਈਮ 4-4 ਮਹੀਨਿਆਂ ਦੀ ਪੈਂਡਿੰਗ ਸੀ ਸੈਲਰੀ। ਲੇਕਿਨ ਮੈਂ ਵੀ ਕਹਿੰਦਾ ਕਿਸੇ 'ਤੇ ਦੋਸ਼ ਨਹੀਂ ਦੇਣਾ ਚਾਹੀਦਾ। ਆਪਣੀ ਉਪਲਬਧੀ ਦੱਸੋ ਵੀ ਅਸੀਂ ਕੀ ਕੀਤਾ, ਸਾਡੀ ਕਮੇਟੀ ਨੇ ਕੀ ਕੀਤਾ, ਅਤੇ ਮੈਂ ਪ੍ਰਧਾਨ ਸਕੱਤਰ ਚੇਅਰਮੈਨ ਨੂੰ ਵਧਾਈ ਦਿਆਂਗਾ ਜਿਹੜੇ ਇੰਨੇ ਐਫਰਟਸ ਕਰਕੇ ਸਕੂਲਾਂ ਦਾ ਜਿਹੜਾ ਮਿਆਰ ਹੈ ਉਹ ਉੱਚਾ ਕਰ ਰਹੇ ਨੇ। ਤੇ ਸਰ, ਤੁਸੀਂ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੋਗੇ?
ਸੰਗਤ ਨੂੰ ਤਾਂ ਮੈਂ ਇਹੀ ਮੈਸੇਜ ਦਿਆਂਗਾ ਵੀ ਅਸੀਂ ਤੁਹਾਡੀ ਸੇਵਾ ਵਾਸਤੇ ਇੱਥੇ ਬੈਠੇ ਹਾਂ। ਸਾਨੂੰ ਦਿੱਲੀ ਕਮੇਟੀ ਨੇ ਐਜ਼ ਏ ਸੇਵਾਦਾਰ ਇੱਥੇ ਬਿਠਾਇਆ ਹੈ ਅਤੇ ਸਾਡੇ ਕੋਲ ਜੋ ਹੈਲਪ ਹੋ ਸਕਦੀ ਹੋਵੇ, ਭਾਵੇਂ ਉਹ ਗਰੀਬ ਬੱਚੇ ਨੇ, ਭਾਵੇਂ ਅੰਮ੍ਰਿਤਧਾਰੀ ਬੱਚੇ ਨੇ, ਜਿਹੜੇ ਸਿੰਘ ਸਭਾਵਾਂ ਨੇ, ਉਹਨਾਂ ਦੇ ਜਿਹੜੇ ਪਾਠੀ ਸਿੰਘ ਨੇ, ਜਾਂ ਆਪਾਂ ਕਹਿ ਲਈਏ ਉਹਨਾਂ ਦੇ ਜਿਹੜੇ ਵਜ਼ੀਰ ਨੇ, ਉਹਨਾਂ ਦੇ ਬੱਚਿਆਂ ਨੂੰ ਵੀ ਆਪਾਂ ਇੱਥੇ ਫ੍ਰੀ ਪੜ੍ਹਾ ਰਹੇ ਹਾਂ। ਇਹ ਪਿਛਲੇ ਇਲੈਕਸ਼ਨ 'ਚ ਅਸੀਂ ਡਿਕਲੇਅਰ ਕੀਤਾ ਸੀਗਾ ਅਤੇ ਅਸੀਂ ਉਹ ਜਿਹੜਾ ਕੰਮ ਕਹਿੰਦੇ ਹਾਂ ਉਹ ਕਰਕੇ ਦਿਖਾਉਂਦੇ ਹਾਂ ਅਤੇ ਉਹਨਾਂ ਨੂੰ ਫ੍ਰੀ ਪੜ੍ਹਾ ਰਹੇ ਹਾਂ। ਅਤੇ ਸੰਗਤ ਨੂੰ ਮੈਂ ਅਪੀਲ ਕਰਾਂਗਾ, ਇੱਕ ਵਾਰੀ ਆਪਣੇ ਬੱਚੇ ਜੋ ਸਿੱਖ ਬੱਚੇ ਨੇ, ਬਾਕੀ ਸਾਰੀ ਮੈਂ ਕੌਮਾਂ ਨੂੰ ਕਹਾਂਗਾ ਵੀ ਇੱਕ ਵਾਰੀ ਜ਼ਰੂਰ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿੱਚ ਆ ਕੇ ਦੇਖੋ ਅਤੇ ਆਪਣੇ ਬੱਚਿਆਂ ਦਾ ਐਡਮਿਸ਼ਨ ਕਰਾਓ ਅਤੇ ਪੜ੍ਹਾਈ ਦੇ ਨਾਲ ਨਾਲ ਦੂਜਾ ਗੁਰੂ ਦਾ ਵੀ ਲਾਹਾ ਲਓ। ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਜੀ। ਤੁਸੀਂ ਬਹੁਤ ਅੱਛੇ ਵਿਚਾਰ ਨੇ ਤੁਹਾਡੇ, ਬਹੁਤ ਅੱਛੇ ਤਰੀਕੇ ਨਾਲ ਤੁਸੀਂ ਬੱਚਿਆਂ ਨੂੰ ਸੁਵਿਧਾ ਦੇ ਰਹੇ ਹੈਗੇ ਹੋ, ਬੱਚਿਆਂ ਨੂੰ ਸਪੋਰਟ ਕਰ ਰਹੇ ਹੈਗੇ ਹੋ, ਉਹਦੇ ਵਾਸਤੇ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਏ ਹਾਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੰਜਾਬੀ ਬਾਗ ਦੀ ਬ੍ਰਾਂਚ ਵਿੱਚ, ਅਤੇ ਅੱਜ ਅਸੀਂ ਮਿਲਾਂਗੇ ਮੈਮ ਨੂੰ ਕਿ ਜੋ ਮੈਮ ਛੋਟੀ ਕਲਾਸਿਸ ਜਿਹੜੀਆਂ ਹੁੰਦੀਆਂ ਨਰਸਰੀ, ਪ੍ਰੀ ਨਰਸਰੀ, ਫਸਟ ਸੈਕਿੰਡ ਨੂੰ ਕੋਆਰਡੀਨੇਟ ਕਰਦੇ ਹੈਗੇ ਨੇ, ਅਤੇ ਉਹ ਅੱਜ ਅਸੀਂ ਜਾਣਦੇ ਹੈਗੇ ਇਹਨਾਂ ਦਾ ਬੈਕਗਰਾਊਂਡਸ ਕੀ ਹੈਗਾ ਔਰ ਮੈਮ ਕਿਸ ਤਰੀਕੇ ਨਾਲ ਇਹਨਾਂ ਨੂੰ ਹੈਂਡਲ ਕਰਦੇ ਹੈ। ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਮ ਆਪ ਜੀ ਦਾ ਨਾਮ? ਮੇਰਾ ਨਾਮ ਹਰਿੰਦਰ ਕੌਰ। ਮੈਮ ਆਪ ਜੀ ਦਾ ਬੈਕਗਰਾਊਂਡ ਕੀ ਹੈਗਾ? ਮੈਮ ਬੈਕਗਰਾਊਂਡ, ਮੈਂ ਪਿਛਲੇ 32 ਸਾਲਾਂ ਤੋਂ ਇਹ ਸਕੂਲ ਵਿੱਚ ਟੀਚਰ ਹਾਂ ਔਰ ਮੈਂ ਆਈ ਐਮ ਵੈਰੀ ਹੈਪੀ, ਆਈ ਐਮ ਵੈਰੀ ਗ੍ਰੇਟਫੁਲ ਟੂ ਗੋਡ ਕਿ ਮੈਂ ਇਸ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਛਤਰ ਛਾਇਆ ਵਿੱਚ ਨੌਕਰੀ ਕਰ ਰਹੀ ਹਾਂ ਐਂਡ ਆਈ ਐਮ ਵੈਰੀ ਹੈਪੀ। ਮੇਰੇ ਦੋਨੋਂ ਬੱਚੇ ਵੀ ਇਸੇ ਸਕੂਲ 'ਚੋਂ ਪੜ੍ਹੇ ਨੇ ਐਂਡ ਦੇ ਆਰ ਔਨ ਵਰਕਿੰਗ ਔਨ ਬਹੁਤ ਅੱਛੀ ਪੋਸਟ ਦੇ ਉੱਪਰ ਹੈਗੇ ਨੇ ਦੋਨੋਂ ਬੱਚੇ ਮੇਰੇ ਐਂਡ ਆਈ ਐਮ ਵੈਰੀ ਗ੍ਰੇਟਫੁਲ। ਮੈਮ ਆਪ ਜੀ ਦੀ ਕੀ ਡੈਜੀਨੇਸ਼ਨ ਹੈਗੀ? ਮੈਮ ਮੈਂ PRT ਹਾਂ, ਪ੍ਰਾਇਮਰੀ ਟੀਚਰ ਹਾਂ, ਬਟ ਆਈ ਐਮ ਕੋਆਰਡੀਨੇਟਰ ਆਫ ਕਲਾਸ ਆਫ ਪ੍ਰਾਇਮਰੀ ਸੈਗਮੈਂਟ ਨੂੰ ਕੋਆਰਡੀਨੇਟ ਕਰ ਰਹੀ ਹਾਂ ਮੈਂ ਪਿਛਲੇ 4-5 ਸਾਲ ਤੋਂ। ਕਿੰਨਾ ਟਾਈਮ ਹੋ ਗਿਆ ਮੈਮ ਤੁਹਾਨੂੰ ਇੱਥੇ? ਮੈਮ ਮੈਨੂੰ 32 ਸਾਲ ਹੋ ਗਏ ਆ ਸਕੂਲ ਦੇ ਵਿੱਚ। ਮੈਮ ਆਪ ਜੀ ਜੋ ਬੱਚਿਆਂ ਨੂੰ ਕਰਵਾਉਂਦੇ ਹੋ ਕਿਸ ਤਰੀਕੇ ਨਾਲ ਹੈਂਡਲ ਕਰਦੇ ਹੋਗੇ ਬੱਚੇ? ਮੈਮ ਅਸੀਂ ਬੱਚਿਆਂ ਨੂੰ ਉਹਨਾਂ ਦੇ ਮੈਂਟਲ ਲੈਵਲ ਦੇ ਹਿਸਾਬ ਨਾਲ, ਦੇਖੋ ਹਰ ਸਾਰੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ, ਜਿਸ ਤਰ੍ਹਾਂ ਦਾ ਬੱਚੇ ਦਾ ਮੈਂਟਲ ਲੈਵਲ ਹੈ ਉਸ ਬੱਚੇ ਨੂੰ ਉਸ ਤਰੀਕੇ ਦੇ ਨਾਲ ਡੀਲ ਕਰ ਰਹੇ ਹਾਂ ਅਸੀਂ ਬੱਚਿਆਂ ਨੂੰ। ਅਗਰ ਕੋਈ ਬੱਚਾ ਵੀਕ ਹੈ ਜਾਂ ਜਿਸ ਤਰ੍ਹਾਂ ਸਾਡਾ ਸਕੂਲ ਪੰਜਾਬੀ ਵਿੱਚ ਕੰਪਲਸਰੀ ਹੈਗੀ ਹੈ, ਪੰਜਾਬੀ ਨੂੰ ਪ੍ਰਮੋਟ ਕਰਨਾ। ਹੁਣ ਜਿਹੜੇ ਨਿਊ ਐਡਮਿਸ਼ਨ ਦੇ ਬੱਚੇ ਆਉਂਦੇ ਨੇ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ, ਅਸੀਂ ਉਹਨਾਂ ਨੂੰ ਚਾਹੇ ਉਹ 6th ਵਿੱਚ ਐਡਮਿਸ਼ਨ ਲੈ ਰਿਹਾ ਜਾਂ 5th ਵਿੱਚ ਲੈ ਰਿਹਾ ਜਾਂ 7th ਵਿੱਚ ਲੈ ਰਿਹਾ, ਅਸੀਂ ਉਹਨਾਂ ਨੂੰ ਅਲੱਗ ਪੰਜਾਬੀ ਦਾ ਅਲੱਗ ਕਲਾਸਿਸ ਦਿੰਦੇ ਹਾਂ ਉਹਨਾਂ ਨੂੰ, ਤਾਂ ਕਿ ਉਹ ਬੱਚੇ ਕਲਾਸ ਨਾਲ ਕੋਪ ਅਪ ਕਰ ਸਕਣ, ਉਹ ਬੱਚੇ ਕਲਾਸ ਦੇ ਨਾਲ ਚੱਲ ਸਕਣ। ਉਹਨਾਂ ਵਾਸਤੇ ਅਲੱਗ ਸਿਲੇਬਸ, ਅਲੱਗ ਪੇਪਰ, ਸਭ ਕੁਝ ਉਹਨਾਂ ਵਾਸਤੇ ਅਲੱਗ ਹੁੰਦਾ ਤਾਂ ਕਿ ਉਹਨਾਂ ਬੱਚਿਆਂ ਨੂੰ ਇਹ ਫੀਲ ਨਾ ਹੋਏ ਕਿ ਅਸੀਂ ਇਹ ਸਕੂਲ ਵਿੱਚ ਆਏ ਔਰ ਸਾਨੂੰ ਪੰਜਾਬੀ ਨਹੀਂ ਆਉਂਦੀ। ਇਹ ਨਹੀਂ ਹੈ, ਉਹਨਾਂ ਦੇ ਵਾਸਤੇ ਵੱਖਰਾ ਧਿਆਨ ਰੱਖਿਆ ਜਾਂਦਾ ਹੈ। ਉਹ ਜਿਹੜੇ ਕੋਈ ਵੀਕ ਸਟੂਡੈਂਟਸ ਨੇ ਜਾਂ ਕੋਈ ਬੱਚਾ ਇਜ਼ ਅਨੇਬਲ ਟੂ ਰੀਡ ਜਾਂ ਕੁਛ ਇਸ ਤਰ੍ਹਾਂ ਦਾ ਬੱਚਾ, ਉਹਨਾਂ ਵਾਸਤੇ ਅਸੀਂ ਰੀਡਰ ਪ੍ਰੋਵਾਈਡ ਕਰਨੇ। ਐਗਜ਼ਾਮਸ ਦੇ ਵਿੱਚ ਉਹਨਾਂ ਬੱਚਿਆਂ ਵਾਸਤੇ ਸਪੈਸ਼ਲ ਅਰੇਂਜਮੈਂਟਸ ਕੀਤੇ ਜਾਂਦੇ ਨੇ ਉਹਨਾਂ ਵਾਸਤੇ। ਮੈਮ ਕੋਵਿਡ 2 ਈਅਰ ਆਫਟਰ ਔਰ 2 ਈਅਰ ਬਿਫੋਰ ਵਿੱਚ ਕੋਵਿਡ ਰਿਜ਼ਲਟ ਬੱਚਿਆਂ ਦਾ ਔਰ ਪਰਸੈਂਟੇਜ 'ਤੇ ਕੀ ਫਰਕ ਪਿਆ ਬੱਚਿਆਂ ਦਾ? ਮੈਮ ਬੱਚਿਆਂ ਦਾ, ਸਟੂਡੈਂਟਸ ਦਾ ਕੀ ਸਟਰਗਲ ਰਿਹਾ? ਕੋਵਿਡ ਤੋਂ ਪਹਿਲੇ ਔਰ ਕੋਵਿਡ ਤੋਂ ਬਾਅਦ ਵਿੱਚ ਕਾਫੀ ਫਰਕ ਹੈ ਮੈਮ। ਬੱਚਿਆਂ ਦੀ ਰੀਡਿੰਗ ਵਿੱਚ, ਰਾਈਟਿੰਗ ਸਕਿੱਲਸ ਦੇ ਵਿੱਚ ਕਾਫੀ ਪ੍ਰੋਬਲਮ ਹੈ, ਬਟ ਵੀ ਆਲ ਆਰ ਹੈਲਪਿੰਗ ਦੈਮ। ਸਭ ਟੀਚਰਸ ਉਹਨਾਂ ਦੀ ਬਹੁਤ ਹੈਲਪ ਕਰ ਰਹੇ ਨੇ ਉਹਨਾਂ ਨੂੰ, ਜਿੱਥੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਉਹਨਾਂ ਦੀ ਰੀਡਿੰਗ ਪ੍ਰੈਕਟਿਸ, ਰਾਈਟਿੰਗ ਪ੍ਰੈਕਟਿਸ ਵਾਸਤੇ। ਬਾਕੀ ਜੋ ਰਿਜ਼ਲਟਸ ਨੇ ਉਹ ਤਾਂ ਹੁਣ ਕੋਵਿਡ ਤੋਂ ਬਾਅਦ ਫਸਟ ਸੈਸ਼ਨ ਹੈ ਇਹ ਵਾਲਾ, ਅਤੇ ਲੈਟਸ ਸੀ। ਲੇਕਿਨ ਬੱਚਿਆਂ ਨੇ ਕਾਫੀ ਇੰਪਰੂਵ ਕੀਤਾ ਔਰ ਜੋ ਸਾਡੀ ਅਸੀਂ ਚੇਂਜਿਸ ਕੀਤੀਆਂ ਨੇ ਆਪਣੇ ਐਜੂਕੇਸ਼ਨ ਸਿਸਟਮ ਦੇ ਵਿੱਚ ਤਾਂ ਕਿ ਬੱਚਿਆਂ 'ਤੇ ਜ਼ਿਆਦਾ ਬਰਡਨ ਨਾ ਪਏ। ਉਹਨਾਂ ਦੇ ਐਗਜ਼ਾਮਸ ਲੈ ਰਹੇ ਹਾਂ, ਉਹਨਾਂ ਦੇ MCQs ਦੀ ਅਸੀਂ ਵਧਾ ਰਹੇ ਹਾਂ ਜ਼ਿਆਦਾ, ਤਾਂ ਕਿ ਬੱਚਿਆਂ ਨੂੰ ਮਤਲਬ ਜ਼ਿਆਦਾ ਉਹ ਨਾ ਹੋਏ, ਪ੍ਰੋਬਲਮ ਨਾ ਹੋਏ। ਕਾਫੀ ਇੰਪਰੂਵਮੈਂਟ, ਟੀਚਰ ਸਭ ਹੈਲਪ ਕਰ ਰਹੇ ਨੇ। ਹਰ ਟੀਚਰ ਆਪਣੇ ਬੱਚਿਆਂ ਨੂੰ ਧਿਆਨ ਰੱਖ ਰਹੇ ਨੇ ਉਹਨਾਂ ਦਾ, ਕਿਸ ਫੀਲਡ ਵਿੱਚ ਬੱਚਾ ਵੀਕ ਹੈ, ਰੀਡਿੰਗ ਵਿੱਚ ਵੀਕ ਹੈ, ਰਾਈਟਿੰਗ ਵਿੱਚ ਹੈ, ਜਾਂ ਲਿਸਨਿੰਗ ਪਾਵਰ ਉਹਦੀ ਘੱਟ ਹੈ, ਜਾਂ ਉਹਨੂੰ ਸਮਝ ਨਹੀਂ ਆ ਰਹੀ, ਤਾਂ ਉਸ ਹਿਸਾਬ ਨਾਲ ਬੱਚਿਆਂ ਦੇ ਨਾਲ ਅਸੀਂ ਟੈਕਲ ਕਰ ਰਹੇ ਹਾਂ।
ਬੱਚਿਆਂ ਨੂੰ ਤੁਸੀਂ ਕੀ ਫੈਸਿਲਿਟੀਆਂ ਦੇ ਰਹੇ ਹੈਗੇ ਹੋ ਸਕੂਲ 'ਚ? ਮੈਂ ਬੱਚਿਆਂ ਵਾਸਤੇ ਅਸੀਂ ਸਕੂਲ ਵਿੱਚ ਸਭ ਐਕਟੀਵਿਟੀਜ਼ ਨੇ, ਗੱਤਕਾ ਹੈ, ਸਕੇਟਿੰਗ ਸੀਗੀ, ਔਰ ਕ੍ਰਿਕਟ ਹੈ, ਡਾਂਸ ਜਾਂ ਵਰਕ ਐਕਸ ਐਕਟੀਵਿਟੀਜ਼ ਹੈਗੀਆਂ ਨੇ, ਔਰ ਉਸ ਵਾਸਤੇ ਅਸੀਂ ਵਰਕਸ਼ਾਪਸ ਵੀ ਕਰਵਾਈਆਂ ਨੇ, ਬਾਹਰ ਤੋਂ ਅਸੀਂ ਬੁਲਾ ਕੇ ਵਰਕਸ਼ਾਪਸ ਕਰਵਾਈਆਂ ਨੇ। ਬਾਕੀ ਜੋ ਫੰਕਸ਼ਨਸ ਨੇ ਜਾਂ ਜੋ ਅਸੀਂ ਫੈਸਟੀਵਲਸ ਨੇ ਸਭ ਸੈਲੀਬ੍ਰੇਟ ਕਰਨੇ ਆ, ਗੁਰਪੁਰਬ ਸੈਲੀਬ੍ਰੇਸ਼ਨਸ ਨੇ, ਬੱਚੇ ਪਾਰਟਿਸਿਪੇਟ ਕਰਦੇ ਨੇ, ਗੁਰਦੁਆਰੇ ਲੈ ਕੇ ਜਾਂਦੇ ਆ ਰੂਟੀਨ ਵਿੱਚ ਉਹਨਾਂ ਨੂੰ, ਜੋ ਵੀ ਗੁਰਪੁਰਬ ਆਉਂਦਾ ਉਸ ਦੇ ਬਾਰੇ ਬੱਚਿਆਂ ਨੂੰ ਗੁਰਦੁਆਰੇ ਲਿਜਾਇਆ ਜਾਂਦਾ ਸਭ। ਮੈਮ ਜਿਸ ਤਰ੍ਹਾਂ ਤੁਸੀਂ 32 ਸਾਲ ਤੋਂ ਤੁਸੀਂ ਇੱਥੇ ਟੀਚਰ ਹੈਗੇ ਹੋ ਸਕੂਲ ਦੇ ਵਿੱਚ, ਅਤੇ ਉਸ ਟਾਈਮ 'ਚ ਔਰ ਇਸ ਟਾਈਮ 'ਚ ਕੀ ਚੇਂਜਸ ਵਗੈਰਾ ਆਏ ਨੇ ਸਕੂਲ 'ਚ? ਮੈਮ ਕਾफ़ी ਚੇਂਜਸ ਆਏ ਨੇ। ਚੇਂਜਸ ਤਾਂ ਦੇਖੋ ਹਰ ਫੀਲਡ ਵਿੱਚ ਆਏ ਨੇ, ਚਾਹੇ ਤੁਸੀਂ ਸਕੂਲ ਲੈ ਲਓ, ਕਾਲਜਿਸ ਲੈ ਲਓ ਜਾਂ ਕੁਛ ਵੀ ਲੈ ਲਓ, ਬਟ ਮੈਨੂੰ ਇੰਨਾ ਪਤਾ ਹੈ ਕਿ ਸਾਡੇ ਸਕੂਲ ਦੇ ਟੀਚਰਸ ਜਿਹੜੇ ਨੇ ਬਹੁਤ ਮਿਹਨਤੀ ਨੇ। ਕੋਈ ਵੀ ਸਿਚੁਏਸ਼ਨ ਆਏ, ਚਾਹੇ ਉਹ ਕੋਵਿਡ ਸੀ, ਕੋਵਿਡ ਵਿੱਚ ਵੀ ਸਭ ਟੀਚਰਸ ਨੇ ਇੰਨੇ ਅੱਛੇ ਤਰੀਕੇ ਨਾਲ ਆਨਲਾਈਨ ਕਲਾਸਿਸ ਵਿੱਚ ਉਹਨਾਂ ਨੇ ਪੜ੍ਹਾਇਆ ਹੈ ਬੱਚਿਆਂ ਨੂੰ, ਔਰ ਪੇਰੈਂਟਸ ਨੇ ਇੰਨਾ ਐਪਰੀਸ਼ੀਏਟ ਕੀਤਾ ਹੈ ਕਿ ਰੀਅਲੀ ਟੀਚਰਸ ਆਰ ਵੈਰੀ ਗੁੱਡ ਕਿ ਇੰਨਾ ਕੋਆਪਰੇਟ ਕਰਦੇ ਨੇ। ਬਾਕੀ ਚੇਂਜਸ ਤਾਂ ਹਰ ਫੀਲਡ ਵਿੱਚ ਆਈਆਂ ਨੇ ਮੈਮ, ਤਾਂ ਇੱਥੇ ਸਕੂਲ ਦੇ ਵਿੱਚ ਵੀ ਆਉਣੀਆਂ ਕੋਈ ਉਹ ਹੈ ਨਹੀਂ ਹੈ ਗੱਲ। ਬਾਕੀ ਜੋ ਹੈ ਬਹੁਤ ਅੱਛਾ, ਬਹੁਤ ਵਧੀਆ। ਸਕੂਲ ਨੂੰ ਲੈ ਕੇ ਮੈਮ ਤੁਹਾਡੇ ਕੀ ਵਿਚਾਰਸ ਨੇ? ਵਿਚਾਰ ਸਨ ਜਾਂ ਵਿਚਾਰ ਹਨ? ਹੈਗੇ ਨੇ। ਮੈਮ ਸਕੂਲ ਬਹੁਤ ਵਧੀਆ। ਮੈਂ ਤੁਹਾਨੂੰ ਸਟਾਰਟਿੰਗ ਵਿੱਚ ਦੱਸਿਆ ਕਿ ਆਮ ਵੈਰੀ ਗ੍ਰੇਟਫੁਲ ਕਿ ਅਸੀਂ ਇਹਨਾਂ ਸਕੂਲਾਂ ਦੇ ਨਾਲ ਅਸੀਂ ਜੁੜੇ ਹੋਏ ਹਾਂ, ਔਰ ਇੰਨੀ ਮਿਹਨਤ ਕਰ ਰਹੇ, ਔਰ ਇੰਨਾ ਅੱਛਾ ਮਤਲਬ ਰਿਸਪੌਂਸ ਵੀ ਹੈ ਸਭ ਕੁਝ। ਬਾਕੀ ਜੋ ਕੁਝ ਚੇਂਜਸ ਟਾਈਮ ਦੇ ਨਾਲ ਹੁੰਦੀਆਂ ਨੇ ਹੋ ਹੀ ਜਾਂਦੀਆਂ ਨੇ, ਬਟ ਆਈ ਐਮ ਵੈਰੀ ਗ੍ਰੇਟਫੁਲ। ਬਹੁਤ ਅੱਛਾ। ਥੈਂਕ ਯੂ ਮੈਮ, ਬਹੁਤ ਅੱਛਾ ਲੱਗਿਆ ਤੁਹਾਨੂੰ ਮਿਲ ਕੇ, ਔਰ ਬਹੁਤ ਤੁਸੀਂ ਅੱਛੀ ਤਰੀਕੇ ਨਾਲ ਬੱਚਿਆਂ ਨੂੰ ਸਪੋਰਟਸ ਵਗੈਰਾ ਕਰ ਰਹੇ ਹੈਗੇ ਹੋ। ਥੈਂਕ ਯੂ ਮੈਮ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੈਮ। ਆਪ ਜੀ ਦਾ ਨਾਮ? ਜੀ ਅੰकुर। ਅੰकुर ਸਰ, ਕੀ ਪੜ੍ਹਾਉਂਦੇ ਹੋ ਤੁਸੀਂ ਬੱਚਿਆਂ ਨੂੰ? जी फिजिक्स पढ़ाते हैं। ਆਪ ਜੀ ਦਾ ਕੀ ਬੈਕਗ੍ਰਾਉਂਡ ਹੈਗਾ? जी एमएससी फिजिक्स किया है दिल्ली यूनिवर्सिटी से, और बीएड भी करी है दिल्ली यूनिवर्सिटी से। यहाँ से सब कुछ यहीं से हुआ है, और मुझे यहाँ पे 4 साल हो गए हैं पढ़ाते हुए एज ए फिजिक्स टीचर। कितने टाइम से हो आप यहाँ पर? 4 साल हो गए, 5वां साल है मेरा। तो आप बच्चों को क्या करवाते हैं यहाँ पर? जी प्रैक्टिकल्स कराए जाते हैं, थ्योरी होती है, इनकी 2 बुक्स होती हैं, उनको पहले थ्योरी कराई जाती है, जो प्रैक्टिकली यूज़ वहाँ पर उनके एक्सपेरिमेंट्स कराए जाते हैं, और जो इनकी फ़ाइल्स बनवाई जाती है, 3 फाइल्स होती हैं इनकी, ठीक है, उनके हिसाब से उनको नंबर दिए जाते हैं। ये चीज़ होती है मैम सब कुछ इसमें। तो आपने यही स्कूल क्यों वो रेफ़र किया कि आपको इस स्कूल में ही आना है? मैम एक्चुअली I had applied for the post for the when there is a vacancy out there, I had applied and I got selected in 2018। मुझे यहाँ का एटमॉस्फेयर ठीक लगा, अच्छा लगा, काफ़ी फ्रेंडली है, टीचर्स भी फ्रेंडली हैं, इवन स्टूडेंट्स भी काफ़ी सही हैं, अच्छे हैं, ठीक है। पहला मेरा फर्स्ट ईयर तो एक्सपीरियंस काफ़ी अच्छा मिला, तो जैसे जैसे यहाँ पर टाइम बीत रहा है, ठीक है, मुझे और एक्सपीरियंस होता जा रहा है। मेरे लिए सबसे अच्छी बात ये है कि यहाँ पर जैसे अगर कुछ आपको आता है नहीं आता है, तो आपको दोबारा इसको रिवाइज़ करने का, पढ़ने के और अच्छे से इम्प्रूव करने का मौका मिल रहा है। मैं खुद भी सीख रहा हूँ और अच्छे से सिखा भी रहा हूँ। ये सबसे अच्छी बात है इस प्रोफेशन की। आप बच्चे को यहाँ पर क्या क्या फैसिलिटी दे रहे हैं? जी यहाँ पर लैब्स के अंदर जैसे बच्चों को यहाँ पे जो भी ऑपरेटर्स रिक्वायर्ड होते हैं, जैसे जो हमारे सीबीएसई ने प्रैक्टिकल अलॉट किया है, वो सारे ऑपरेटर्स यहाँ पे मौजूद हैं, ठीक है। क्योंकि ये वाले जो ऑपरेटर्स होते हैं फिजिक्स के, ये हमें नॉर्मल लाइफ में नहीं मिल पाते हैं, और ये काफ़ी एक्सपेंसिव भी होते हैं। तो यहाँ पर आके बच्चों को अलॉट कर दिए जाते हैं ग्रुप्स वाइज, और उनको टाइम पीरियड के हिसाब से उनके प्रैक्टिकल्स होते हैं मैम। अभी जैसे हमारे सामने एक पड़ा हुआ है इलेक्ट्रिक मशीन का, तो आप इसमें बच्चे को क्या करवाते हैं और किस तरीके से? जैसे यहाँ पे आप देख सकते हैं, जैसे वायर्स हैं, ठीक है, इसका एक प्रॉपर सर्किट होता है। जैसे हमें कोई भी एक्सपेरिमेंट बच्चों को अलॉट किया गया है, उसके हिसाब से यहाँ पे क्या होता है, उनको पहले सर्किट डायग्राम बनाना सिखाते हैं हम यहाँ पे, कि ये सर्किट होता है, ये होता क्या है, इसका यूज़ क्या है डे टू डे लाइफ में, हम इसको कहाँ पर यूज़ कर सकते हैं इसके हिसाब से। बट जैसे ही इनको काम सिखा दिया, जो हमने थ्योरी पढ़ी है, वो एज अ प्रैक्टिकल हम रीडिंग्स लेते हैं, फिर उसे नोट डाउन करते हैं, मैच करते हैं जो प्रीवियस रीडिंग है और जो एक्सपेरिमेंटल रही है, और जो मेजर्ड से अलावा जो प्रोफेशनल जो रीडिंग्स होती है, उसके हिसाब से हम कंपेयर करके हम अपनी फाइल्स में पुटअप करते हैं। इन्हीं ऑपरेटर्स को बाद में जाके जो कंपनीज हैं उनको पुटअप करना सिखाते हैं, जो ऑपरेटर्स होंगे बाद में जहाँ पे वो अप्लाई करेंगे।
थैंक यू सर, आपसे मिलके बहुत अच्छा लगा। आप बहुत अच्छे से बच्चों को सिखा रहे हैं। थैंक यू सर। ਅੱਜ ਅਸੀਂ ਆਏ ਹਾਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਬਾਇਓ ਲੈਬ ਦੇ ਵਿੱਚ। ਮੈਡਮ ਨਾਲ ਡਿਸਕਸ ਕਰਦੇ ਹੈਗੇ ਹਾਂ ਕਿ ਮੈਮ ਬਾਇਓ ਵਿੱਚ ਬੱਚਿਆਂ ਨੂੰ ਕੀ ਕਰਵਾ ਰਹੇ ਹੈਗੇ ਨੇ ਔਰ ਕੀ ਫੈਸਿਲਿਟੀਆਂ ਦੇ ਰਹੇ ਨੇ ਔਰ ਬੈਕਗਰਾਉਂਡ ਕੀ ਹੈ ਮੈਮ ਦਾ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਮੈਮ ਆਪ ਜੀ ਦਾ ਨਾਮ? ਮਾਈ ਨੇਮ ਇਜ਼ ਗੁਰਸ਼ੀਨ ਕੌਰ। ਮੇਰਾ ਨਾਮ ਗੁਰਸ਼ੀਨ ਕੌਰ ਹੈਗਾ ਤਾਂ ਆਈ ਹੈਵ ਡਨ ਮਾਈ MSc ਜ਼ੂਓਲੋਜੀ ਫਰੋਮ ਚੰਡੀਗੜ੍ਹ ਯੂਨੀਵਰਸਿਟੀ ਐਂਡ BSc ਲਾਈਫ ਸਾਇੰਸਿਸ ਫਰੋਮ ਦਿੱਲੀ ਯੂਨੀਵਰਸਿਟੀ ਐਂਡ B.Ed ਫਰੋਮ MDU। ਮੈਮ ਕਿੰਨੇ ਸਾਲ ਤੋਂ ਤੁਸੀਂ ਇੱਥੇ ਹੋ? ਇੱਥੇ ਤੇ ਮੇਰੇ ਨਿਊ ਜੁਆਇਨਿੰਗ ਹੋਈ, ਲਾਈਕ ਮੈਨੂੰ ਐਸੀ ਸੈਸ਼ਨ ਵਿੱਚ ਜੁਆਇਨ ਕੀਤਾ ਮੈਨੂੰ ਹੋ ਗਏ 7 to 8 ਮੰਥਸ ਇੱਥੇ। ਮੈਮ ਬਾਇਓ ਵਿੱਚ ਬੱਚਿਆਂ ਨੂੰ ਕੀ ਕਰਵਾਉਂਦੇ ਹੋ ਤੁਸੀਂ? ਬਾਇਓ ਵਿੱਚ ਜਿਹੜੇ ਸਾਡਾ CBSE ਪ੍ਰੋਟੋਕੋਲ ਹੈਗੇ ਉਹ ਅਸੀਂ ਫੋਲੋ ਕਰਦੇ ਹਾਂ। ਨਾਲੇ ਪ੍ਰੈਕਟੀਕਲਸ ਲਈ ਜਿਵੇਂ ਅਸੀਂ ਹੁਣੇ 12th ਕਲਾਸ ਦੇ ਪ੍ਰੈਕਟੀਕਲਸ ਹੋਏ ਨਾ, ਉੱਥੇ ਅਸੀਂ ਇਹਨਾਂ ਨੇ DNA ਆਈਸੋਲੇਟ ਕਰਾਇਆ ਸੀ। ਲਾਈਕ ਜਿਵੇਂ ਬਨਾਨਾ ਹੁੰਦਾ ਹੈ ਨਾ, ਬਨਾਨਾ ਵਿੱਚੋਂ ਅਸੀਂ DNA ਆਈਸੋਲੇਟ ਕੀਤਾ। ਫਿਰ ਅਸੀਂ ਇਹਨਾਂ ਨੂੰ ਜਿਵੇਂ ਡਿਜ਼ੀਜ਼ ਕੌਜ਼ਿੰਗ ਅੱਜ ਕੱਲ੍ਹ ਜੈਸੇ ਕੋਵਿਡ ਵਗੈਰਾ ਬਹੁਤ ਜ਼ਿਆਦਾ ਚੱਲ ਰਿਹਾ ਹੈ ਤਾਂ ਉਹਦੀ ਸਲਾਈਡਸ ਪ੍ਰਪੇਅਰ ਕਰਾਈਆਂ ਅਤੇ ਬੱਚਿਆਂ ਨੇ ਆਪੇ ਰਿਸਰਚ ਵੀ ਕੀਤੀ ਅਤੇ ਪ੍ਰੋਜੈਕਟਸ ਵੀ ਬਣਾਏ ਨੇ। ਬੱਚਿਆਂ ਦਾ ਰਿਜ਼ਲਟ ਜਿਸ ਤਰ੍ਹਾਂ ਕੋਵਿਡ ਤੋਂ ਪਹਿਲੇ ਔਰ ਕੋਵਿਡ ਤੋਂ ਬਾਅਦ ਬੱਚਿਆਂ ਦੇ ਕੀ ਰਿਜ਼ਲਟ ਆ ਰਹੇ ਨੇ, ਕੀ ਪਰਸੈਂਟੇਜ ਹੈ? ਮਿਕਸ ਪਰਸੈਂਟੇਜ ਕਹਿ ਸਕਦੇ ਹਾਂ। ਲਾਈਕ ਕੁਛ ਬੱਚੇ ਬਹੁਤ ਜ਼ਿਆਦਾ ਗਰੋ ਵੀ ਕਰਿਆ ਕਿ ਇਹਨਾਂ ਨੇ ਲਾਈਕ ਰਿਸੋਰਸਿਸ ਨੂੰ ਯੂਜ਼ ਕਰਕੇ, ਅਤੇ ਕੁਝ ਬੱਚੇ ਐਵੇਂ ਨੇ ਜਿਵੇਂ ਬਿਲਕੁਲ ਹੀ ਦੂਰ ਹੋ ਗਏ ਸਟੱਡੀਜ਼ ਤੋਂ। ਲਾਈਕ ਇਟਸ ਅ ਮਿਕਸ ਟਾਈਪ ਆਫ ਰਿਜ਼ਲਟ। ਓਕੇ, ਥੈਂਕ ਯੂ ਮੈਮ। ਅੱਜ ਅਸੀਂ ਆਏ ਹੈਗੇ ਹਾਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੰਜਾਬੀ ਬਾਗ ਦੀ ਬ੍ਰਾਂਚ ਕੈਮਿਸਟਰੀ ਲੈਬ ਦੇ ਵਿੱਚ, ਅਤੇ ਮੈਮ ਨੂੰ ਪੁੱਛਦੇ ਹੈਗੇ ਹਾਂ ਕਿ ਉਹਨਾਂ ਦਾ ਬੈਕਗਰਾਉਂਡ ਕੀ ਹੈ ਔਰ ਬੱਚਿਆਂ ਨੂੰ ਕਿਸ ਤਰੀਕੇ ਨਾਲ ਕੀ ਕਰਵਾ ਰਹੇ ਹੈਗੇ ਨੇ। ਮੈਮ ਸਤਿ ਸ਼੍ਰੀ ਅਕਾਲ। सत श्रीकाल। ਮੈਮ ਆਪ ਜੀ ਦਾ ਨਾਮ? मेरा नाम विवेकी मारवाहा है। मैं BSc B.Ed हूँ और हम यहाँ पे क्लास 10th को मैं यहाँ 9th और 10th को पढ़ाती हूँ और मैं यहाँ पे केमिस्ट्री लैब में बच्चों को वीकली जो है वो हम इनको प्रैक्टिकल्स कराते हैं केमिस्ट्री के, जो भी हमें प्रेस्क्राइब्ड होते हैं CBSE के सिलेबस के अकॉर्डिंग, वो हम उनको वीकली सर्कुलेट करते हैं। और ग्रुप वाइज हमारे पास 3 ग्रुप बनते हैं, जिसमें एक ग्रुप हमारा फिज़िक्स में जाता है, एक केमिस्ट्री में और एक बायोलॉजी में। सो हम टर्न वाइज जो है वो अपने बच्चों को यहाँ पे केमिस्ट्री लैब में लेकर आते हैं और उनको जो भी प्रेस्क्राइब सिलेबस है उसके अकॉर्डिंग यहाँ पे हम इनका एक्सपेरिमेंट्स कराते हैं। ਮੈਮ ਆਪ ਜੀ ਦਾ ਬੈਕਗਰਾਉਂਡ ਕੀ ਹੈਗਾ? मैं पढ़ाई के बारे में तो मैं तो BSc B.Ed हूँ और मैं इस ब्रांच में पिछले 35 साल से काम कर रही हूँ। एंड मतलब मैं बहुत अच्छे से यहाँ पे जिसे कहते हैं ना बहुत पुरानी और जमी हुई टीचर हूँ और मुझे इस स्कूल से बहुत ज़्यादा लगाव है क्योंकि मैं बहुत ही ज़्यादा पुरानी हूँ। तो मैं इस स्कूल में रहकर बहुत इन्जॉय करती हूँ। क्यों? क्योंकि इतने पुराने होने के बाद आप सब कुछ जानते हैं, आपको ऐसा लगता है कि ये मेरा होम स्कूल है, होम। तो इसलिए मैं बहुत ही अच्छे से यहाँ पे पढ़ा के बच्चों के साथ इन्वॉल्व होके इन्जॉय करती हूँ अपनी टीचिंग को। ਉਹਨੇ ਜੋ ਅਸੀਂ ਬੱਚਿਆਂ ਨੂੰ ਤੁਸੀਂ ਸਬਜੈਕਟ ਕਰਵਾ ਰਹੇ ਹੋ, ਕੀ ਕਰਵਾ ਰਹੇ ਹੋ ਔਰ ਕੀ ਫੈਸਿਲਿਟੀਆਂ ਦਿੰਦੇ ਹੋ ਬੱਚਿਆਂ ਨੂੰ? हम एक्चुअली जैसे हम साइंस के स्टूडेंट हैं तो हम फिज़िक्स केमिस्ट्री बायोलॉजी तीनों ही सब्जेक्ट पढ़ाते हैं। जैसे कि CBSE के सिलेबस के अकॉर्डिंग 3 सब्जेक्ट जो हैं वो टीचर को पढ़ाने होते हैं। तो हम बच्चों को जो भी पढ़ाई है उसके अकॉर्डिंग CBSE के सिलेबस के अकॉर्डिंग, और बच्चों को जब हम यहाँ लेके आते हैं लैब में तो हम उनको पहले डेमोन्स्ट्रेट करते हैं अपने उस हिसाब से कि जो भी एक्सपेरिमेंट होता है, फिर हम उनको खुद करने के लिए भी वो करते हैं कि भाई आप खुद भी करिए, सो दैट आपको भी पता लगे
कि ये एक्सपेरिमेंट्स को कैसे करा जाता है। तो पहले हम डेमोन्स्ट्रेट करते हैं विद द हेल्प ऑफ लैब असिस्टेंट, और फिर उसके बाद बच्चों को इंडिविजुअली भी करने को दिया जाता है, सो दैट उन्हें मालूम चले कि कैसे एक्सपेरिमेंट्स को करा जाता है प्रैक्टिकल लाइफ में। ਤੁਸੀਂ ਜਿਸ ਤਰ੍ਹਾਂ ਇੰਨੇ ਪੁਰਾਣੇ ਟੀਚਰ ਹੋ, 35 ਸਾਲ ਹੋ ਗਏ ਨੇ ਤੁਹਾਨੂੰ ਇੱਥੇ ਸਕੂਲ ਦੇ ਵਿੱਚ, ਤੇ 35 ਸਾਲਾਂ ਦੇ ਵਿੱਚ ਕੀ ਚੇਂਜਸ ਆਇਆ ਸਕੂਲ ਦੇ ਵਿੱਚ, ਔਰ ਕੀ ਤੁਸੀਂ ਇਹਨਾਂ ਨੂੰ ਬੱਚਿਆਂ ਨੂੰ ਫੈਸਿਲਿਟੀਆਂ ਹੋਰ ਅੱਛੀਆਂ ਹੋਈਆਂ ਨੇ, ਕੀ ਚੇਂਜਸ ਹੈ ਸਕੂਲ ਵਿੱਚ? पहले क्या था कि हम लोग ब्लैक बोर्ड यूज़ करते थे, और सिंपल जो भी हमारी टीचिंग थी उसके अकॉर्डिंग था कि क्वेश्चनियर मेथड था या फिर लेक्चर मेथड के थ्रू पढ़ाते थे। अब हम लोगों का थोड़ा सा मेथड डिफरेंट हो चुका है। हम लोग स्मार्ट बोर्ड भी यूज़ करते हैं, सो दैट बच्चों की जो रिक्वायरमेंट है आज की डेट में वो डिजिटल हो चुकी है, तो हम उसको अपने हिसाब से चेंज करते जा रहे हैं। जैसे भी कोविड में हमने बहुत कुछ सीखा कि कैसे आपको लैपटॉप के थ्रू या फिर ऑनलाइन के थ्रू पढ़ाना है, ऐसे ही अब हमने धीरे धीरे इसको चेंज करा और स्मार्ट बोर्ड के थ्रू, पिक्चराइजेशन के थ्रू, स्टोरी टेलिंग के थ्रू हम इनको पढ़ाते हैं, ताकि इनको और अच्छा समझ में आए कोई भी चीज़ जो भी। अब पुराने मेथड से हम धीरे धीरे इनको इम्प्रूव करते जा रहे हैं। मैम कोविड 2 ईयर आफ्टर और 2 ईयर बिफोर कोविड तो बाद बच्चों की परसेंटेज और एज और प्लस बच्चों का स्ट्रगल की रहा है? कोविड के टाइम चूँकि बच्चे 2 साल घर में बैठे और घर में रह के उन्होंने एजुकेशन ली, तो थोड़ा सा इंट्रोवर्ट हो गए थे, लेकिन जैसे ही वापस आए हैं तो उनको पूरा प्यार से उनको इमोशनली, मेंटली प्रिपेयर करा जा रहा है कि नहीं अब आप वापस आइए, और उनको जैसे भी जब भी वो कोई क्वेश्चंस पूछते हैं तो उनको बहुत प्यार से हैंडल करा जाता है, क्योंकि उन लोगों ने वो सब मिस किया है जो एक स्कूल 2 साल का था। तो इसलिए हम उनके साथ और भी प्यार से और अच्छे से चलते हैं, सो दैट उनको ये ना लगे कि एजुकेशन से भागे ना, उनको एक प्यार हो, उन्हें समझ में आए कि क्या पढ़ाई है, ऐसे नहीं लगे, क्योंकि दिस इज़ वेरी वेरी इंपॉर्टेंट। पढ़ाई इसको एजुकेशन के बिना गुजारा नहीं। सो ये तो हमें अच्छे से कराना ही है, तो इसके लिए हम उनके लिए और भी ज़्यादा अपने नए मेथड्स यूज़ करते हैं, ताकि उनको अच्छे से समझ में आए और जो उनका पिछला बैकलॉग है वो भी इम्प्रूव हो। ਤੇ ਬੱਚਿਆਂ ਦੀ ਪਰਸੈਂਟੇਜ ਇਸ ਤੇ ਕੀ फ़र्क ਪਿਆ मैम, कोविड तो पहले और हुन दे विच की फ़र्क पिया बच्चों ਨੂੰ? थोड़ा सा फ़र्क पड़ा है, क्योंकि जो बच्चे कोविड के टाइम पे बच्चे ज़्यादातर ऑनलाइन में MCQ टाइप ही करते थे, बट अब उनको क्या है थ्योरेटिकल क्वेश्चंस भी अटेम्प्ट करने पड़ते हैं, तो थोड़ा उनकी जो राइटिंग पावर है उसमें फ़र्क पड़ा है। लेकिन उसके लिए हम जैसे स्कूल में यूनिट टेस्ट और हाफ ईयरली एग्ज़ाम्स लेते हैं, तो उसमें उनको प्रैक्टिस कराई जाती है। ऐसे ही क्लास टेस्ट भी डे बाय डे या वीकली जो भी अरेंज करे जाते हैं, तो जैसे मैं एग्ज़ामिनेशन इंचार्ज भी हूँ, तो हम लोग उसको असाइनमेंट्स के थ्रू बच्चों को इंस्ट्रक्शंस दी जाती हैं टीचर्स को कि आप अपने सब्जेक्ट के असाइनमेंट वीकली दीजिए, ताकि बच्चों की जो लिखने की हैबिट है, जो राइटिंग पावर है, वो वापस आए, जो वो कोविड के टाइम थोड़ी उनकी नेगलेक्ट हुई थी, तो वो सब वापस आने से बच्चों में फ़र्क आएगा। तो हम इस साल उम्मीद करते हैं कि बच्चों के जो मार्क्स हैं वो पहले से ज़्यादा अच्छे आएंगे। थैंक यू मैम, बहुत अच्छा लग गया तुहाडे नाल मिल के। तुसी बहुत पुराने टीचर्स भी हो और बहुत अच्छे तरीके नाल बच्चों नूं सिखा रहे हो, पढ़ा रहे हैगे हो और सपोर्ट करते हो बच्चों नूं। थैंक यू मैम। थैंक यू सो मच। ਅੱਜ ਅਸੀਂ ਮਿਲਾਂਗੇ ਗੀਤੂ ਮੈਮ ਨੂੰ, ਜੋ ਇੱਥੇ ਬੱਚਿਆਂ ਨੂੰ ਮੈਥਸ ਵਗੈਰਾ ਕਰਵਾਉਂਦੇ ਹੈਗੇ ਨੇ 9th ਔਰ 11th ਨੂੰ, ਤੇ ਅੱਜ ਅਸੀਂ ਉਹਨਾਂ ਦਾ ਬੈਕਗਰਾਉਂਡਸ ਵਗੈਰਾ ਜਾਣਦੇ ਹੋ, ਕਿੰਨੇ ਟਾਈਮ ਤੋਂ ਇੱਥੇ ਹੈ ਔਰ ਬੱਚਿਆਂ ਨੂੰ ਕਿਸ ਤਰੀਕੇ ਨਾਲ ਸਟੱਡੀ ਕਰਵਾ ਰਹੇ ਨੇ। ਮੈਮ ਸਤਿ ਸ਼੍ਰੀ ਅਕਾਲ। सत श्रीकाल मैम। मैम आप जी का नाम? मेरा नाम गीतू। मैम आप जी का बैकग्राउंड की है? मैम बैकग्राउंड ये है कि मैंने MSc मैथमेटिक्स की हुई है एंड अभी 2003 से मैं इसी स्कूल में इसी ब्रांच में अपॉइंटेड हूँ। कितने साल हो गए मैम आपको यहाँ पर? इस साल 20 साल हो जाएंगे। तो मैम आपकी डेजिग्नेशन क्या है? हाँ जी, आपकी डेजिग्नेशन क्या है मैम? डेजिग्नेशन TGT मैथमेटिक्स, 9 to 12 मैथमेटिक्स लेती हूँ मैं यहीं पे जी। और मैम आपको ये बताइए कि कोविड आफ्टर टू ईयर आफ्टर और 2 ईयर बिफोर बच्चों का रिज़ल्ट और परसेंटेज एज क्या रही है बच्चों की? नहीं, परसेंटेज पे ज़्यादा कुछ नहीं, अगर आप बच्चों के साथ एक प्रॉपर टर्म्स बना लें और उनको पढ़ाएं तो वो सारा पढ़ते हैं और अच्छा रिज़ल्ट ही देते हैं। तो 100% रिज़ल्ट भी रहता है, ऐसी बात नहीं है, बहुत अच्छा रहता है। बच्चों ने कोविड के आफ्टर और पहले क्या स्ट्रगल किया है उसका कुछ बताएं। हाँ जी, पहले तो ये था कि हम उनके साथ बिल्कुल रेगुलर टच में थे, लेकिन कोविड के दौरान थोड़ा सा ब्रेक आया,
तो अब उसी चीज़ को करने के लिए हम थोड़ा ज़्यादा मेहनत कर रहे हैं, जिससे वो पूरा का पूरा कवर अप करके फिर दोबारा से प्रॉपर पोजीशन पे आ जाए। तो मैम आप इतने टाइम से यहाँ पर हो, स्कूल में आपको पहले में और अभी के उसमें क्या फ़र्क आया है और चेंजेस क्या आए हैं स्कूल में? चेंजेस अगर मैं अपने में कहूँ तो डे बाय डे तो एक टीचर जब भी पढ़ाता है तो उसके अंदर इम्प्रूवमेंट होती ही होती है, नो डाउट। और स्कूल की भी यही है कि हमारा एक्सपीरियंस बढ़ता जा रहा है, हमारे स्कूल का भी टाइम बढ़ता जा रहा है, तो सब कुछ सही ही चल रहा है, अच्छा चल रहा है। मैम आपके स्कूल को लेके क्या विचार हैं? मुझे तो खड़ा करने वाला ये स्कूल ही है, सब कुछ मुझे यहीं से मिला है, गुरु हरकृष्ण जी की कृपा से ही मिला है। सो मैं तो हमेशा यहीं पे ही हूँ और यहीं पे ही रहूँगी। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਮੈਮ ਤੁਸੀਂ ਤੁਹਾਡਾ ਆਪ ਜੀ ਦਾ ਨਾਮ ਕੀ ਹੈ? ਗੁਰਵਿੰਦਰ ਕੌਰ। ਗੁਰਵਿੰਦਰ ਮੈਮ, ਆਪ ਜੀ ਦਾ ਬੈਕਗ੍ਰਾਉਂਡ ਕੀ ਹੈਗਾ? ਮੈਂ ਗ੍ਰੈਜੂਏਸ਼ਨ ਕੀਤੀ ਹੈ ਇੰਗਲਿਸ਼ ਆਨਰਸ ਔਰ ਐਮਏ ਇੰਗਲਿਸ਼। ਮੈਮ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਹੈਗੇ ਹੋ? 25 ਸਾਲ। 25 ਸਾਲ। ਤੇ ਮੈਮ ਆਪ ਜੀ ਦੇ ਸਕੂਲ ਵਾਸਤੇ ਕਿਹੜੇ ਸਬਜੈਕਟ ਬੱਚਿਆਂ ਨੂੰ ਕਰਵਾ ਰਹੇ ਹੈਗੇ ਔਰ ਕਿਹੜੀ ਕਲਾਸ ਨੂੰ ਕਰਵਾ ਰਹੇ ਹੈਗੇ ਹੋ? ਇੰਗਲਿਸ਼ ਕਰਾਉਂਦੇ ਆ 9th ਔਰ 10th, 8th 9th 10th ਇੰਗਲਿਸ਼ ਸਬਜੈਕਟ। ਤੇ ਮੈਮ ਆਪ ਬੱਚਿਆਂ ਦਾ ਆਪਣਾ ਜੋ ਵੀ ਹੈ ਫੀਡਬੈਕ ਵਗੈਰਾ ਬੱਚੇ ਆਪ ਜੀ ਨੂੰ ਲੈ ਕੇ ਕਿੰਨੇ ਕਹਿਣ ਦਾ ਮਤਲਬ ਕਿ ਕਿੰਨਾ ਆਪ ਜੀ ਨੂੰ ਸਪੋਰਟ ਕਰਦੇ ਹੋ ਔਰ ਆਪ ਜੀ ਬੱਚਿਆਂ ਨੂੰ ਕਿੰਨਾ ਸਪੋਰਟ ਕਰਦੇ ਹੋ? ਮੈਂ 9th 10th ਦੀ ਕੋਆਰਡੀਨੇਟਰ ਵੀ ਹਾਂ ਔਰ ਜਿਹੜੇ ਬੱਚੇ ਹੈ ਦੇ ਆਰ ਉਹ ਬਹੁਤ ਅਟੈਚ ਹੈ ਮੇਰੇ ਨਾਲ। ਅੱਛਾ ਮਤਲਬ ਰਿਸਪੌਂਸ ਵੀ ਅੱਛਾ ਦਿੰਦੇ ਆ, 100% ਰਿਜ਼ਲਟ ਆਉਂਦਾ ਅਤੇ ਬੱਚਿਆਂ ਨੂੰ ਕੋਈ ਪ੍ਰੋਬਲਮ ਹੋ ਐਨੀ ਟਾਈਮ ਅਵੇਲੇਬਲ ਹੈ। ਲਾਈਕ ਕੋਵਿਡ ਤੋਂ ਬਾਅਦ ਤਾਂ ਹਰੇਕ ਚੀਜ਼ ਤੁਹਾਨੂੰ ਜਿੱਦਾਂ ਪਤਾ ਔਨਲਾਈਨ ਹੈ। ਈਵਨ ਕਈ ਵਾਰ ਘਰ ਵੀ फ़ोन ਕਰ ਲੈਂਦੇ ਹੈ ਜਾਂ ਮੈਮ ਵੀਡੀਓ ਕਾਲ 'ਤੇ ਦੱਸ ਦਿਓ। ਔਨਲਾਈਨ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਅਸੀਂ ਉਹ ਔਨਲਾਈਨ ਵੀ ਉਹਨਾਂ ਦੀ ਸੋਲਵ ਕਰ ਦਿੰਦੇ ਹਾਂ, ਐਨੀ ਟਾਈਮ ਅਵੇਲੇਬਲ। ਬੱਚਿਆਂ ਦਾ ਰਿਜ਼ਲਟ ਤੇ ਕੋਵਿਡ ਤੋਂ ਬਾਅਦ ਕੀ ਫਰਕ ਪਿਆ ਹੈਗਾ ਔਰ ਬੱਚਿਆਂ ਦੀ ਪਰਸੈਂਟੇਜ ਕਿੰਨੀ ਹੈ ਕੀ ਹੈ? ਸਾਡੇ ਸਕੂਲ ਨੇ ਕੋਵਿਡ ਦੇ ਟਾਈਮ 'ਤੇ ਵੀ ਔਨਲਾਈਨ 'ਚ ਹਰੇਕ ਟੀਚਰ ਨੇ ਪੂਰੇ ਐਫਰਟਸ ਕੀਤੇ ਸੀ। ਹਰੇਕ ਟੀਚਰ ਨੇ ਪ੍ਰੋਪਰ ਕਲਾਸਿਸ ਲਿੱਤੀਆਂ, ਪ੍ਰੋਪਰ ਗਾਈਡੈਂਸ ਦਿੱਤੀ ਬੱਚਿਆਂ ਨੂੰ। ਈਵਨ ਅਸੀਂ ਬੱਚਿਆਂ ਨੂੰ ਇਹ ਵੀ ਬੋਲਿਆ ਸੀਗਾ ਕਿ ਐਨੀ ਟਾਈਮ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਪੇਰੈਂਟਸ ਤੋਂ ਕਾਲ ਕਰਦੇ ਸੀ। ਅਤੇ ਸਾਡੇ 'ਚ ਐਸਾ ਮੈਨੂੰ ਨਹੀਂ ਲੱਗਦਾ ਕਿ ਕੋਈ ਇਫੈਕਟ ਪਿਆ ਹੋਏ ਕੋਵਿਡ 'ਚ ਵੀ ਬੱਚਿਆਂ 'ਤੇ। ਪੂਰੀਆਂ ਪ੍ਰੋਪਰਲੀ ਉਹਨਾਂ ਦੀ ਸਟੱਡੀਜ਼ ਹੋਈ ਹੈ, ਪ੍ਰੋਪਰਲੀ ਨੋਟਸ ਗਏ ਹੈ, PDF ਬਣਾ ਕਰ ਦਿੱਤੀ ਹੈ ਟੀਚਰਸ ਨੇ, ਸਭ ਕੁਝ ਪ੍ਰੋਪਰਲੀ ਕੀਤਾ। ਕੀ ਬੱਚਿਆਂ ਨੂੰ ਫੈਸਿਲਿਟੀਆਂ ਦਿੰਦੇ ਹੈਗੇ ਹੋ ਸਕੂਲ ਦੇ ਵਿੱਚ ਤੁਸੀਂ? ਸਕੂਲ 'ਚ ਸਾਡੀ ਸਾਰੀ ਲੈਬਸ ਹੈ, ਸਾਡੇ ਸ਼ੂਟਿੰਗ ਰੇਂਜ ਹੈ, ਦੈਨ ਸਪੋਰਟਸ ਲਈ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਸਭ ਕੁਝ ਹੈ ਸਾਡੇ ਸਕੂਲ 'ਚ। ਈਵਨ ਲਾइब्रेरी ਹੈ, ਰਿਸੋਰਸਿਸ ਸਭ ਕੁਝ ਅਵੇਲੇਬਲ ਹੈ ਬੱਚਿਆਂ ਲਈ। ਕੰਪਿਊਟਰ ਲੈਬ ਹੈ ਵੱਡੀ, ਸਭ ਕੁਝ ਹੈ ਸਾਡੇ ਸਕੂਲ 'ਚ ਅਤੇ ਆਲ ਫੈਸਿਲਿਟੀਜ਼ ਹੈ ਬੱਚਿਆਂ ਦੇ ਕੋਲ। ਥੈਂਕ ਯੂ ਮੈਮ, ਬਹੁਤ ਅੱਛਾ ਲੱਗਿਆ ਤੁਹਾਨੂੰ ਮਿਲ ਕੇ ਔਰ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਬੱਚਿਆਂ ਨੂੰ ਸਪੋਰਟ ਕਰ ਰਹੇ ਹੋ। ਧੰਨਵਾਦ ਮੈਮ। ਸਕੂਲ ਦੇ ਵਿੱਚ ਮੈਮ ਆਰਟ ਰੂਮ ਹੈ ਜਿਸ 'ਚ ਮੈਮ ਆਰਟ ਸਿਖਾਉਂਦੇ ਹੈ ਬੱਚਿਆਂ ਨੂੰ। ਅਤੇ ਆਓ ਅੱਜ ਮੈਮ ਨੂੰ ਪੁੱਛਦੇ ਹਾਂ ਉਹਨਾਂ ਦਾ ਬੈਕਗਰਾਉਂਡ ਕੀ ਹੈ ਔਰ ਬੱਚੇ ਨੂੰ ਕਿਸ ਤਰੀਕੇ ਨਾਲ ਸਿਖਾ ਰਹੇ ਹੈਗੇ ਨੇ। ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਮ ਆਪ ਜੀ ਦਾ ਨਾਮ ਕੀ ਹੈ? अरविंदपाल कौर। अरविंद मैम, आप जी का बैकग्राउंड की है? मैंने किया हुआ है कमर्शियल आर्ट और MA इन ड्राइंग एंड पेंटिंग। मैम किन्ने साल तो तुसी इत्थे हैगे हो? मोर दैन 20 ईयर्स। 20 ईयर्स हो गए थे? नहीं, नॉट इन पंजाबी बाग। आई वॉज वर्किंग फर्स्ट इन GHPS हरीनगर ब्रांच। और इत्थे तुहानू कितना टाइम हो गया? 12 ईयर्स। इत्थे तुसी बच्चों नू की सिखांदे होगे मैम? क्राफ्ट और पेंटिंग एनीथिंग। और इधर 11th 12th नू थ्योरी भी है पेंटिंग दी और पेंटिंग दी क्लासेस भी होंदियां। ओके, थैंक यू मैम, बहुत अच्छा लगा तुहानू मिल के। ਜਿਹੜੇ ਮੈਮ ਕੰਪਿਊਟਰ ਸਿਖਾਉਂਦੇ ਨੇ ਉਹਨਾਂ ਨੂੰ ਮਿਲਾਂਗੇ ਔਰ ਉਹਨਾਂ ਨੂੰ ਪੁੱਛਾਂਗੇ ਉਹਦਾ ਬੈਕਗਰਾਉਂਡ ਕੀ ਹੈ ਔਰ ਬੱਚਿਆਂ ਨੂੰ ਕਿਸ ਤਰੀਕੇ ਨਾਲ ਕੰਪਿਊਟਰ ਵਗੈਰਾ ਸਿਖਾਉਂਦੇ ਨੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ। ਆਪ ਜੀ ਦਾ ਨਾਮ ਮੈਮ? ਕੁਲਦੀਪ ਕੌਰ। ਕੁਲਦੀਪ ਮੈਮ, ਆਪ ਜੀ ਦਾ ਬੈਕਗਰਾਉਂਡ ਕੀ ਹੈਗਾ?
I have completed double masters, Master of Computer Application and Master of Science in Information Technology. ਮੈਮ ਆਪ ਕਿੰਨੇ ਟਾਈਮ ਤੋਂ ਇੱਥੇ ਹੋ ਸਕੂਲ ਦੇ ਵਿੱਚ? Approximate 10 years ਹੋ ਗਏ ਨੇ ਮੈਨੂੰ ਇਸ ਸਕੂਲ 'ਚ। ਕਿੰਨੇ ਟਾਈਮ ਤੋਂ ਤੁਸੀਂ? 2013 'ਚ ਜੁਆਇਨ ਕੀਤਾ ਸੀ ਮੈਂ ਸਕੂਲ। ਤੇ ਮੈਮ ਤੁਸੀਂ ਇੱਥੇ ਬੱਚਿਆਂ ਨੂੰ ਕੀ ਸਿਖਾਉਂਦੇ ਹੋ, ਕਿਸ ਚੀਜ਼ ਦਾ ਕੀ ਡੈਜੀਨੇਸ਼ਨ ਹੈ ਤੁਹਾਡੀ? ਮੇਰੀ ਡੈਜ਼ਿਗਨੇਸ਼ਨ ਪੋਸਟ ਗ੍ਰੈਜੂਏਟ ਟੀਚਰ ਹੈ ਅਤੇ ਬੇਸਿਕਲੀ 11 12th ਦੀ ਕਲਾਸਿਸ ਦੇ ਨਾਲ ਮੈਂ ਡੀਲ ਕਰਦੀ, ਕੰਪਿਊਟਰ ਸਾਇੰਸ ਐਂਡ IP ਇਨਫੋਰਮੈਟਿਕ ਪ੍ਰੈਕਟਿਸਿਸ। ਅਤੇ ਅਪਰੋਕਸੀਮੇਟ ਵੀ ਆਰ ਡੀਲਿੰਗ ਵਿਦ ਕੋਡਿੰਗ, ਪ੍ਰੋਗਰਾਮਿੰਗ ਐਂਡ ਰਿਲੇਟਡ ਸੌਫਟਵੇਅਰਸ। ਤਾਂ ਜ਼ਿਆਦਾਤਰ ਜੋ ਮੇਰਾ ਮੇਨ ਡਿਪਾਰਟਮੈਂਟ ਹੈ ਉਹ ਹਾਈ ਸਕੂਲ ਸਟੂਡੈਂਟਸ ਦਾ ਹੀ ਹੈ, ਅਤੇ ਉਹਦੇ ਵਿੱਚ ਅਸੀਂ ਜ਼ਿਆਦਾਤਰ ਕੰਪਿਊਟਰ ਐਪਲੀਕੇਸ਼ਨਸ, ਕੰਪਿਊਟਰ ਪ੍ਰੋਗਰਾਮਿੰਗ ਇਹੀ ਸਬਜੈਕਟਸ ਨੂੰ ਕੰਸੀਡਰ ਕਰਦੇ ਹਾਂ। ਅਤੇ ਤੁਸੀਂ ਕੰਪਿਊਟਰ ਵਿੱਚ ਬੱਚਿਆਂ ਨੂੰ ਕੀ ਕੀ ਫੈਸਿਲਿਟੀਆਂ ਦਿੰਦੇ ਹੈਗੇ ਹੋ? ਮਤਲਬ ਪ੍ਰੋਪਰ ਇੰਟਰਨੈਟ ਫੈਸਿਲਿਟੀ ਵੀ ਹੈ ਸਾਡੇ ਕੋਲ, ਪ੍ਰੋਪਰ ਡਾਇਲ-ਅਪ ਕਨੈਕਸ਼ਨਸ ਦੇ ਨਾਲ ਕੰਟੀਨਿਊਸ ਇੰਟਰਨੈਟ ਕਨੈਕਟੀਵਿਟੀ ਹੈ, ਰਿਕੁਆਇਰਡ ਸੌਫਟਵੇਅਰਸ ਨੇ, ਪ੍ਰਿੰਟਿੰਗ ਫੈਸਿਲਿਟੀ ਹੈ। ਸਮਟਾਈਮਸ ਇਫ ਸਟੂਡੈਂਟ ਨੀਡਸ, ਵੀ ਹੈਵ ਸਮ ਸਟੂਡੈਂਟਸ ਜੋ ਮਤਲਬ ਇੰਨਾ ਫਾਈਨੈਂਸ਼ੀਅਲੀ ਏਬਲ ਨਹੀਂ ਨੇ ਪ੍ਰੈਕਟੀਕਲ ਸਬਮਿਸ਼ਨਸ ਵਗੈਰਾ ਕਰਨ ਲਈ, ਅਤੇ ਸਕੂਲ ਵੱਲੋਂ ਵੀ ਅਸੀਂ ਪ੍ਰੋਵਾਈਡ ਕਰਦੇ ਹਾਂ ਉਹਨਾਂ ਨੂੰ ਇਹ ਫੈਸਿਲਿਟੀ। ਅਤੇ ਮੈਮ ਤੁਸੀਂ ਇਸ ਕੰਪਿਊਟਰ ਕਲਾਸਿਸ ਦੁਆਰਾ ਵਾਸਤੇ, ਕੰਪਿਊਟਰ ਲਾਈਨ ਦੇ ਵਿੱਚ ਆਉਣ ਵਾਸਤੇ ਤੁਸੀਂ ਇਹੀ ਸਕੂਲ ਕਿਉਂ ਚੁਣਿਆ? ਇਸ ਤੋਂ ਪਹਿਲਾਂ ਵੀ ਇੱਕ ਮੈਂ ਅਦਰ ਸਕੂਲ 'ਚ ਸੀ, ਮਤਲਬ ਨੋਨ ਸਿੱਖ ਕਮਿਊਨਿਟੀ ਦਾ ਸਕੂਲ ਸੀ। ਸਪੈਸੀਫਿਕਲੀ ਜੋ ਮੇਰਾ ਇਸ ਸਕੂਲ ਨੂੰ ਜੁਆਇਨ ਕਰਨ ਦਾ ਰੀਜ਼ਨ ਸੀ ਕਿ ਆਈ ਬਿਲੋਂਗਸ ਟੂ ਸਿੱਖ ਕਮਿਊਨਿਟੀ, ਅਤੇ ਉਸੀ ਕਮਿਊਨਿਟੀ ਦਾ ਸਕੂਲ ਹੈ, ਤਾਂ ਮੈਂ ਬੈਟਰ ਆਪਣੀ ਸਰਵਿਸਿਜ਼ ਆਪਣੀ ਕਮਿਊਨਿਟੀ ਨੂੰ ਵੀ ਦੇਵਾਂਗੀ, ਪ੍ਰੋਫੈਸ਼ਨਲੀ ਅਤੇ ਗਰੋਥ ਹੈ ਹੀ। ਅੱਜ ਮੈਮ ਬੱਚੇ ਨਹੀਂ ਹੈਗੇ ਸਕੂਲ ਦੇ ਵਿੱਚ, ਕਿਸ ਰੀਜ਼ਨ ਤੋਂ? ਕੀ ਐਨੂਅਲ ਐਗਜ਼ਾਮੀਨੇਸ਼ਨਸ ਚੱਲ ਰਹੇ ਨੇ ਨਾ ਬੱਚਿਆਂ ਦੇ, ਦੈਟਸ ਓਕੇ ਕਰਕੇ। ਓਕੇ ਮੈਮ, ਥੈਂਕ ਯੂ, ਬਹੁਤ ਅੱਛਾ ਲੱਗਿਆ ਤੁਹਾਨੂੰ ਮਿਲ ਕੇ, ਔਰ ਤੁਸੀਂ ਬਹੁਤ ਹੀ ਅੱਛੇ ਤਰੀਕੇ ਨਾਲ ਬੱਚਿਆਂ ਨੂੰ ਸਿਖਾ ਰਹੇ ਹੋ ਕੰਪਿਊਟਰ। ਥੈਂਕ ਯੂ ਸੋ ਮਚ। ਸਕੂਲ ਦੇ ਵਿੱਚ ਲਾਇਬ੍ਰੇਰੀ ਵਿੱਚ ਅਸੀਂ ਆਏ ਹੈਗੇ ਹਾਂ, ਅਤੇ ਲਾਇਬ੍ਰੇਰੀ ਦੀ ਟੀਚਰ ਨੂੰ ਪੁੱਛਾਂਗੇ ਕਿ ਉਹ ਬੱਚਿਆਂ ਨੂੰ ਕਿਸ ਤਰੀਕੇ ਨਾਲ ਲਾਇਬ੍ਰੇਰੀ ਦਾ ਕਰਵਾਉਂਦੇ ਹੈਗੇ ਔਰ ਕੀ ਫੈਸਿਲਿਟੀਆਂ ਬੁੱਕਸ ਦੁਆਰਾ ਦਿੱਤੀਆਂ ਜਾਂਦੀਆਂ ਹੈਗੀਆਂ। ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਮੈਮ ਆਪ ਜੀ ਦਾ ਨਾਮ? ਮੇਰਾ ਨਾਮ ਪ੍ਰਿੰਸੀ ਹੈਗਾ, ਅਤੇ ਮੈਂ ਲਾਇਬ੍ਰੇਰੀ ਵਿੱਚ ਕੰਮ ਕਰਦੀ ਹੈਗੀ ਹਾਂ, ਅਤੇ ਮੈਂ ਬੱਚੇ ਆਉਂਦੇ ਨੇ ਮੇਰੇ ਕੋਲ ਲਾਇਬ੍ਰੇਰੀ ਵਿੱਚ, ਮੈਂ ਉਹਨਾਂ ਨੂੰ ਬੁੱਕਸ ਇਸ਼ੂ ਕਰਦੀ ਹਾਂ, ਉਹ ਨਿਊਜ਼ਪੇਪਰ ਵੀ ਰੀਡ ਕਰਦੇ ਨੇ। ਅਗਰ ਉਹਨਾਂ ਨੂੰ ਬੁੱਕਸ ਚਾਹੀਦੀਆਂ ਹੁੰਦੀਆਂ ਨੇ ਉਹਨਾਂ ਨੂੰ ਇਸ਼ੂ ਵੀ ਕਰਦੀ ਹਾਂ, ਕੋਈ ਵੀ ਸਬਜੈਕਟ ਦੀ ਹੋਣ, ਅਤੇ ਅਗਰ ਬਾਈ ਚਾਂਸ ਨਹੀਂ ਵੀ ਹੁੰਦੀ ਤਾਂ ਅਸੀਂ ਉਹਨਾਂ ਨੂੰ ਫਿਰ ਵੀ ਅਵੇਲ ਕਰਵਾਉਂਦੇ ਹਾਂ। ਬਾਕੀ ਬੱਚੇ ਕਾਫੀ ਇੰਜੋਏ ਕਰਦੇ ਨੇ, ਰੀਡ ਕਰਦੇ ਨੇ, ਉਹਨਾਂ ਦਾ ਪੀਰੀਅਡ ਵੀ ਹੁੰਦਾ ਹੈਗਾ ਹਰ ਰੋਜ਼, ਐਵਰੀ ਡੇ, ਹਰ ਕੋਈ ਨਾ ਕੋਈ ਕਲਾਸ ਦਾ ਪੀਰੀਅਡ ਵੀ ਹੁੰਦਾ ਹੈਗਾ। ਮੈਮ ਆਪ ਜੀ ਦਾ ਬੈਕਗਰਾਊਂਡ ਕੀ ਹੈਗਾ? ਮੈਮ ਮੈਂ ਗ੍ਰੈਜੂਏਟ ਹੈਗੀ ਹਾਂ। ਓਕੇ ਮੈਮ। ਮੈਮ ਔਰ ਇੱਥੇ ਆਪਣੇ ਕੀ ਫੈਸਿਲਿਟੀਆਂ ਦੇ ਰਹੇ ਹੋ ਤੁਸੀਂ ਬੱਚਿਆਂ ਨੂੰ ਲਾਇਬ੍ਰੇਰੀ ਵਿੱਚ? ਬੁੱਕਸ ਦਿੰਦੇ ਆ, ਬੱਚੇ ਰੀਡ ਕਰਦੇ ਨੇ, ਇੰਜੋਏ ਕਰਦੇ ਨੇ ਬੱਚੇ ਬੁੱਕਸ, ਕਾਰਟੂਨ ਬੁੱਕਸ ਵੀ ਨੇ, ਐਕਟੀਵਿਟੀ ਬੁੱਕਸ ਵੀ ਨੇ, ਬੱਚੇ ਦੇਖਦੇ ਨੇ, ਇੰਜੋਏ ਕਰਦੇ ਨੇ, ਕੁਛ ਸਿੱਖਦੇ ਨੇ ਬੱਚੇ, ਨਿਊਜ਼ਪੇਪਰ ਰੀਡ ਕਰਦੇ ਨੇ। ਛੋਟੇ ਬੱਚੇ ਅਲਫਾਬੈਟਸ ਜੁਆਇਨ ਕਰਕੇ ਨਿਊਜ਼ਪੇਪਰ ਰੀਡ ਕਰਦੇ ਨੇ, ਉਹਨਾਂ ਨੂੰ ਅੱਛਾ ਲੱਗਦਾ ਹੈਗਾ। ਥੋੜ੍ਹਾ ਅਲੱਗ ਹਟ ਕੇ ਸਟੱਡੀਜ਼ ਤੋਂ ਉਹਨਾਂ ਨੂੰ ਅੱਛਾ ਫੀਲ ਹੁੰਦਾ ਇੱਥੇ ਆ ਕੇ ਕਿ ਸਾਡਾ ਲਾਇਬ੍ਰੇਰੀ ਦਾ ਪੀਰੀਅਡ ਹੈਗਾ। ਕਿੰਨੇ ਸਾਲ ਹੋ ਗਏ ਮੈਮ ਤੁਹਾਨੂੰ ਇੱਥੇ? ਮੈਨੂੰ ਤਾਂ ਹੋ ਗਏ ਮੈਮ 15 ਇਅਰਸ ਜਾਂ। ਓਕੇ ਮੈਮ, ਥੈਂਕ ਯੂ, ਬਹੁਤ ਅੱਛਾ ਲੱਗਿਆ ਤੁਹਾਨੂੰ ਮਿਲ ਕੇ। ਤੁਸੀਂ ਲਾਇਬ੍ਰੇਰੀ ਵਿੱਚ ਬੱਚਿਆਂ ਨੂੰ ਬਹੁਤ ਸਾਰੀ ਬੁੱਕਸ ਵਗੈਰਾ ਪ੍ਰੋਵਾਈਡ ਕਰਦੇ ਹੋ ਔਰ ਬਹੁਤ ਕੁਝ ਸਿਖਾਉਂਦੇ ਹੈਗੇ ਹੋ। ਇਸ਼ੂ ਕੀਤੇ ਜਾਂਦੇ ਨੇ ਜਿੱਥੇ ਬੱਚੇ ਆਪਣਾ ਇਸ਼ੂ ਕਰਾਉਂਦੇ ਨੇ ਬੁੱਕਸ ਮਹੀਨੇ ਵਾਸਤੇ, 2 ਮਹੀਨੇ ਵਾਸਤੇ। ਜਿਨ ਬੱਚਿਆਂ ਕੋਲ ਨਹੀਂ ਹੁੰਦੀ ਫੈਸਿਲਿਟੀ ਬੁੱਕਸ ਲੈਣ ਦੀ, ਬਾਹਰੋਂ ਖਰੀਦ ਨਹੀਂ ਸਕਦੇ, ਉਹ ਇੱਥੇ ਅਸੀਂ ਉਹਨਾਂ ਨੂੰ ਫੈਸਿਲਿਟੀ ਦਿੰਦੇ ਹਾਂ ਕਿ ਉਹ ਇਸ਼ੂ ਕਰਾਉਣ ਬੁੱਕਸ, ਪੜ੍ਹਨ, ਅੱਗੇ ਆਪਣੀ ਪੜ੍ਹਾਈ ਨੂੰ ਅੱਛਾ ਕਰਨ। ਥੈਂਕ ਯੂ ਮੈਮ। ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਮ ਆਪ ਜੀ ਦਾ ਨਾਮ? ਮੇਰਾ ਨਾਮ ਹਰਜੋਤ ਕੌਰ ਹੈ। ਹਰਜੋਤ ਮੈਮ, ਆਪ ਜੀ ਦਾ ਬੈਕਗਰਾਉਂਡ ਕੀ ਹੈਗਾ? ਮੇਰਾ ਬੈਕਗਰਾਉਂਡ ਇਹ ਹੈ ਕਿ ਮੈਂ ਇਸੇ ਸਕੂਲ ਤੋਂ ਐਜੂਕੇਸ਼ਨ ਲੈ ਕੇ ਹੁਣ ਇਸੇ ਸਕੂਲ ਵਿੱਚ ਆਈ ਐਮ ਟੀਚਿੰਗ ਐਂਡ ਆਈ ਬੀਨ ਟੀਚਿੰਗ ਸਿੰਸ ਲਾਸਟ 27 ਇਅਰਸ। ਇੰਗਲਿਸ਼ ਪੜ੍ਹਾ ਰਹੀ ਹਾਂ ਬੱਚਿਆਂ ਨੂੰ, ਸੀਨੀਅਰ ਬੱਚਿਆਂ ਨੂੰ। ਸੋ ਆਪਣੇ ਸਕੂਲ ਵਿੱਚ, ਆਪਣੇ ਐਟਮੋਸਫੇਅਰ ਵਿੱਚ ਬਹੁਤ ਅੱਛਾ ਲੱਗਦਾ।
ਕਿਹੜੀ ਕਲਾਸ ਨੂੰ ਪੜ੍ਹਾ ਰਹੇ ਹੋ ਮੈਮ ਤੁਸੀਂ? 11ਵੀਂ 12ਵੀਂ ਦੇ ਬੱਚਿਆਂ ਨੂੰ ਇੰਗਲਿਸ਼ ਪੜ੍ਹਾ ਰਹੀ ਹਾਂ। ਕਿੰਨੇ ਟਾਈਮ ਤੋਂ ਤੁਸੀਂ ਇੱਥੇ ਮੈਮ? ਮੈਨੂੰ 27 ਸਾਲ ਤੋਂ ਉੱਪਰ ਹੋ ਗਏ ਤੇ ਇੰਡੀਆ ਗੇਟ ਤੋਂ ਮੇਰੀ ਐਜੂਕੇਸ਼ਨ ਹੋਈ ਸੀ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ, ਤੇ ਹੁਣ ਇੱਥੇ ਆਈ ਐਮ ਟੀਚਿੰਗ ਹੇਅਰ। ਮੈਮ ਕੀ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਬੱਚਿਆਂ ਨੂੰ? ਬੱਚਿਆਂ ਨੂੰ ਆਲ ਫੈਸਿਲਿਟੀਜ਼, ਟੀਚਰਸ ਦੀ ਪੂਰੀ 100% ਬੈਕਅਪ ਹੈ ਐਜੂਕੇਸ਼ਨ ਦੇ ਵਿੱਚ ਵੀ, ਤੇ ਇਹਨਾਂ ਦੀ ਜਿਵੇਂ ਐਕਸਟਰਾ ਕਲਾਸਿਸ ਵੀ ਲੈ ਰਹੇ ਹਨ ਜਿਸ ਵੇਲੇ ਬੱਚਿਆਂ ਨੇ ਪੇਪਰਸ ਤੋਂ ਪਹਿਲਾਂ। ਇਹਨਾਂ ਨੂੰ ਜੇ ਸਟੱਡੀ ਮਟੀਰੀਅਲ ਚਾਹੀਦਾ ਹੈ, ਜਿਹੜੇ ਬੱਚੇ ਅਫੋਰਡ ਨਹੀਂ ਕਰ ਸਕਦੇ ਉਹਨਾਂ ਨੂੰ ਉਹ ਵੀ ਪ੍ਰੋਵਾਈਡ ਕਰਦੇ ਹਾਂ, ਤੇ ਅਦਰਵਾਈਜ਼ ਟੀਚਿੰਗ ਦੇ ਵਿੱਚ ਕਦੀ ਕੋਈ ਪ੍ਰੋਬਲਮ ਹੈ ਉਹ ਤੇ ਸੋਲਵ ਹੁੰਦੀ ਹੈ। ਉਹ ਨਾਲ ਸਾਰੇ ਟੀਚਰਸ ਦਾ ਇਹ ਹੁੰਦਾ ਹੈ ਕਿ ਅਸੀਂ ਉਹਨੂੰ ਫੁੱਲਫਿਲ ਕਰੀਏ, ਕੰਪਲੀਟ ਕਰੀਏ ਉਹਨੂੰ, ਬੱਚਿਆਂ ਦਾ ਸਿਲੇਬਸ ਨਾਲ ਐਕਸਟਰਾ ਵੀ ਜਿਹੜੀ ਨੌਲੇਜ ਹੈ ਬੱਚਿਆਂ ਨੂੰ ਰਿਲੇਟਡ, ਤੇ ਪ੍ਰੈਕਟੀਕਲੀ ਹਰ ਸਬਜੈਕਟ ਨੂੰ ਪ੍ਰੈਕਟੀਕਲੀ ਕਿਵੇਂ ਕਰ ਸਕਦੇ ਆ ਬੱਚੇ, ਨੌਲੇਜ ਕਿਵੇਂ ਗੇਨ ਕਰਦੇ ਆ। ਸੋ ਸਾਡੀ ਸਾਰਿਆਂ ਦੀ ਇਹੀ ਹੁੰਦੀ ਹੈ ਇੱਛਾ ਕਿ ਬੱਚਿਆਂ ਨੂੰ ਮੈਕਸਿਮਮ ਨੌਲੇਜ ਦਿੱਤੀ ਜਾਏ। ਥੈਂਕ ਯੂ ਮੈਮ, ਬਹੁਤ ਅੱਛਾ ਲੱਗਿਆ ਤੁਹਾਨੂੰ ਮਿਲ ਕੇ। ਤੇ ਅੱਜ ਬੱਚਿਆਂ ਨੂੰ ਅਸੀਂ ਕੁਐਸਚਨ ਕਰਦੇ ਹਾਂ ਕਿ ਬੱਚਿਆਂ ਨੂੰ ਕੀ ਟੀचर्स करवा रहे हैं। हेलो बेटा। हेलो। क्या नाम है आपका बेटा? हरजस कौर। कौन सी क्लास में पढ़ते हो बेटा? 9th। कितना टाइम हो गया आपको? फ्रॉम KG। KG से। ओके। और आप यहाँ पर जो हो, यहाँ पर टीचर्स वगैरह आपको कितनी, मतलब कि टीचर्स का कितना सपोर्ट है आपके लिए? पूरा सपोर्ट है। थैंक यू बेटा। थैंक यू। क्या नाम है आपका? हर्षवर्धन दहिया। कितने टाइम से यहाँ पर हो? मैम अक्रॉस 10 to 11 years। 10 to 11 years। यस। और आप यहाँ पर मैम का कितना सपोर्ट है आपको? फुल सपोर्ट। क्लास कौन सी है आपकी? 9th। ओके, थैंक यू बेटा। आप यहाँ पर टीचर्स वगैरह का कितना सपोर्ट है आपको बेटा? वी हैव फुल सपोर्ट। दे आर ओनली, वो टीचर्स ही नहीं है, दे आर मदर्स टू अस एंड दे आर आवर बेस्ट मेंटर्स एंड बेस्ट सपोर्ट टू अस। मैं टीचर्स का फुल सपोर्ट है। टीचर्स का बहुत सपोर्ट है, वो हर चैप्टर के डेप्थ में जाके अच्छे से समझाते हैं और दे आर द बेस्ट मेंटर्स हेयर। और टीचर आपको यहाँ पर क्या क्या फैसिलिटियाँ मिलती हैं आपको टीचर से? यहाँ पे अच्छी एजुकेशन मिलती है, सबसे अच्छे से समझ आ जाता है सब कुछ, और जो भी प्रॉब्लम है हम उनसे डिस्कस कर सकते हैं। बहुत अच्छा सपोर्ट है यहाँ पे, मतलब टीचर सपोर्टिव हैं, केयर करते हैं टीचर्स की। अगर कोई कुछ समझ नहीं आता वो भी समझाते हैं जब तक बच्चों को समझ नहीं आता। क्या क्या फैसिलिटी मिलती हैं स्कूल में आपको बेटा? सारी फैसिलिटीज़, मतलब स्पोर्ट फैसिलिटीज़ भी हैं, एजुकेशन फैसिलिटीज़ भी हैं, मतलब कैंटीन, मतलब फूड, सब कुछ फैसिलिटीज़ अवेलेबल है यहाँ पे। मैम टीचर्स नोट्स प्रोवाइड करते हैं, अच्छी एक्सप्लेनेशन देते हैं जब तक समझ नहीं आता मैम, और बहुत कुछ है मैम। रीडिंग टेस्ट करवाते हैं जिससे हमारी रीडिंग और वोकेबलरी इम्प्रूव होती है। और आपको यहाँ पर क्या क्या फैसिलिटी मिलती है स्कूल में? मैम यहाँ पे स्पोर्ट्स फैसिलिटीज़ बहुत अच्छी हैं, यहाँ पे क्लीनिनेस रहती है मैम, वॉशरूम्स क्लीन रहते हैं और ऑल ओवर स्कूल बहुत क्लीन रहता है मैम। कैंटीन भी बहुत अच्छी है, फूड भी प्रॉपर सैनिटाइज, मतलब क्लीनिनेस से बनाया जाता है। अच्छे से बहुत अच्छा सपोर्ट है। हम कभी भी जाके डाउट्स क्लियर कर सकते हैं एनी टाइम, और सारी टीचर्स बहुत अच्छे से बात करते हैं, कभी भी रूडली बात नहीं करते हैं, बहुत अच्छे सारे टीचर्स हैं। आप कहाँ से आते हो? मैम मैं काफ़ी नियरली यहीं से ही हूँ। तो आपने यही स्कूल क्यों चुना? मैम मेरे ब्रदर्स वगैरह भी यहीं पढ़ते हैं और यहाँ की फैसिलिटीज़ भी काफ़ी अच्छी है, सारी टीचर्स स्टडीज़ को लेकर अटेंटिव है, बहुत अच्छा है। ओके, थैंक यू बेटा। आपने यही स्कूल क्यों चुना? बिकॉज़ यहाँ से बहुत अच्छे रिव्यूज़ आ रहे थे और मेरे ब्रदर भी स्कूल में पढ़ा था तो उसने भी कहा था कि स्कूल बहुत अच्छा है, दैट्स व्हाई। कितने आपको टीचर्स का क्या सपोर्ट मिलता है यहाँ पर? टीचर्स डे टू डे हमें जो भी प्रॉब्लम होती है वो साथ साथ क्लियर कर देती है, एंड कोई भी, मतलब अगर हमें कुछ भी प्रॉब्लम हो हम जाके शेयर कर सकते हैं टीचर्स से, एंड टीचर्स बहुत प्रोडक्टिव है, मतलब जो भी प्रॉब्लम होती है वो PDF हमें भेज देते हैं कोई भी चैप्टर्स के। ओके, थैंक यू बच्चे। थैंक यू मैम सपोर्टिव हर चीज़ में, एग्ज़ाम्स में जैसे कि कोई प्रॉब्लम हो तो सपोर्ट कर देते हैं, डेली नॉर्मल लाइफ में भी अगर कोई प्रॉब्लम हो तो मैम से शेयर कर सकते हैं। यहाँ पे क्या फैसिलिटी मिल रही है आपको? मैम हर फैसिलिटी है, अगर आपने आर्ट इंटीग्रेट करना है तो म्यूज़िक है, डांस क्लासेस भी हैं, स्पोर्ट्स भी है हर टाइप के, और स्टडी भी अच्छी होती है। मैम फुल सपोर्ट है टीचर्स का, दे आर प्रोडक्टिव एंड एनकरेज ऑन एवरी लेवल, और पेपर में भी हमेशा सपोर्ट करते हैं वो, अगर मुश्किल होती है कुछ या सब्जेक्ट में या डे टू डे लाइफ में तब भी वो सपोर्ट करते हैं, सजेशन देते हैं, एडवाइस देते हैं। आपने यही स्कूल क्यों चुना?
मैम क्योंकि बहुत सारी अपॉर्चुनिटीज़ हैं, मतलब बहुत सारी फील्ड्स है, सिर्फ पढ़ाई पे फोकस नहीं है, और भी एक्टिविटीज़ है जैसे म्यूज़िक हो गई, और स्पोर्ट्स के अंदर भी बहुत सारे कॉम्पिटिशन्स होते हैं, तो मतलब ओवरऑल हर एक चीज़ में है। तो आपको टीचर्स का यहाँ पे कितना सपोर्ट है? बहुत सपोर्ट है। एक तो सब मतलब समझाने में, एक बात करने के तरीके में बहुत अलग डिफरेंस है और स्कूल्स में से, और जब वो बहुत अपना बच्चा समझ के समझाते हैं, अगर कुछ समझा भी रहे हैं तो मतलब। थैंक यू एच ए, थैंक यू स्टूडेंट।